ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 10 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੇਣਾ 415-909-0503। ਗੁਰਪਾਲ ਸਿੰਘ, ਸਪ੍ਰਿੰਗਫੀਲਡ, ਵਰਜੀਨੀਆ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ। ਸਤਨਾਮ ਸਿੰਘ, ਸਨੀਪੁਰੇ ਵਾਲਾ। ਅਮਰਜੀਤ ਸਿੰਘ ਦਸਾਂਝ, ਯੂਬਾ ਸਿਟੀ। ਲਖਵੀਰ ਸਿੰਘ, ਸਮਰਾ, ਟੈਕਸਸ। ਗੁਰਮੇਲ ਸਿੰਘ, ਬੇਕਰਸਫੀਲਡ। ਅਮਰਜੀਤ ਸਿੰਘ, ਸਟਾਕਟਨ। ਸਰਬਜੀਤ ਸਿੰਘ, ਤੂਰ, ਨਿਊ ਜਰਸੀ। ਹਰਨੇਕ ਸਿੰਘ, ਪਾਬਲਾ, ਰੈਂਟਨ, ਵਾਸ਼ਿੰਗਟਨ। H&M ਆਇਲ ਵਾਲੇ, ਅੰਟੇਰੀਓ। ਹਰਜੀਤ ਸਿੰਘ, ਲੈਥਰੋਪ। ਗੁਰਮੇਲ ਸਿੰਘ, ਬਲਬੀਰ ਬਾਸੀ, ਐਲਗਰੋਵ। ਗੁਰਨੇਜ ਸਿੰਘ, ਬਾਗੜੀ, ਫਰੈਸਡੋ। ਧਰਮ ਸਿੰਘ, ਰਵਿੰਦਰ ਬਸਰਾ, ਬੇਕਰਸਫੀਲਡ। ਸ਼ਮਸ਼ੇਰ ਸਿੰਘ ਢਿੱਲੋਂ, ਨਿਊਯਾਰਕ। ਗਰੇਵਾਲ ਟਰੈਵਲ ਸਰਵਿਸਿਜ਼, ਯੂਬਾ ਸਿਟੀ। ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਤੇ ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ। ਜੇ ਆਰਥਿਕ ਪਰੇਸ਼ਾਨੀ, ਤੰਗੀ ਚੱਲ ਰਹੀ ਆ, ਹਾਰਡਸ਼ਿਪ ਚੱਲ ਰਹੀ ਆ, ਬੈਂਕਰਪਸੀ ਤੋਂ ਬਚਣਾ ਆ, ਡੈਟ ਨੂੰ ਕੰਸੋਲੀਡੇਟ ਕਰਨਾ ਆ, ਤਾਂ ਕਾਲ ਕਰੋ ਊੜਾ ਡੈਟ ਰਿਲੀਫ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਪੁਲਿਸ ਨੇ ਯੂਨੀਵਰਸਿਟੀ ਆਫ ਪੈਂਸਿਲਵੇਨੀਆ ਦੇ ਵਿੱਚ 30 ਤੋਂ ਵੱਧ ਜਿਹੜੇ ਪ੍ਰੋ ਪੈਲਸਤੀਨੀਅਨ ਪ੍ਰੋਟੈਸਟਰਸ ਆ, ਉਹਨਾਂ ਨੂੰ ਅਰੈਸਟ ਕਰ ਲਿਆ। ਉੱਥੇ ਜਿਹੜੇ ਐਨਕੈਂਪਮੈਂਟਸ ਜਾਂ ਜਿਹੜੇ ਉਹਨੇ ਟੈਂਟ ਲਾਏ ਹੋਏ ਸੀ, ਉਹਨਾਂ ਨੂੰ ਵੀ ਰਿਮੂਵ ਕਰ ਦਿੱਤਾ ਗਿਆ ਹੈਗਾ। ਇਹ ਜਿਹੜੀ ਲੇਟੈਸਟ ਖਬਰ ਆ ਰਹੀ ਆ। ਉੱਥੇ ਬੈਨ ਫਰੈਂਕਲਿਨ ਸਟੈਚੂ ਜਿਹੜਾ ਕਾਲਜ ਗ੍ਰੀਨ ਦੇ ਉੱਤੇ ਹੈਗਾ, ਉਹਦੇ ਲਾਗੇ ਪ੍ਰੋ ਪੈਲਸਤੀਨੀਅਨ ਜਿਹੜੇ ਪ੍ਰੋਟੈਸਟਰਸ ਆ, ਉਹ ਕਾਫੀ ਲੰਮੇ ਸਮੇਂ ਤੋਂ ਪ੍ਰੋਟੈਸਟ ਕਰ ਰਹੇ ਸੀ ਤੇ ਪੁਲਿਸ ਜਿਹੜੀ ਆ ਫੁੱਲ ਫੋਰਸ ਦੇ ਵਿੱਚ ਗਈ ਅੱਜ ਸਵੇਰੇ 5:30 ਵਜੇ ਦੇ ਕਰੀਬ। ਤੇ ਦਰਜਨਾਂ ਦੇ ਕਰੀਬ ਜਿਹੜੇ ਪੁਲਿਸ ਆਫੀਸਰ ਸੀਗੇ, ਉਹ ਉੱਥੇ ਗਏ। 2 ਮਿੰਟ ਦੀ ਉਹਨਾਂ ਨੇ ਵਾਰਨਿੰਗ ਦਿੱਤੀ। ਉਹ ਤੋਂ ਬਾਅਦ ਜਿੰਨੇ ਵੀ ਸਟੂਡੈਂਟਸ ਆ, ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਹੈਗਾ। ਅਮਰੀਕਾ ਦੇ ਵਿੱਚ ਲਗਭਗ ਹਰ ਯੂਨੀਵਰਸਿਟੀ ਦੇ ਵਿੱਚ ਇਹੀ ਕੁਝ ਵਾਪਰ ਰਿਹਾ ਹੈਗਾ। ਇੱਕ ਉੱਥੇ ਦੇ ਯੂਨੀਵਰਸਿਟੀ ਦੇ ਸਟੂਡੈਂਟ ਹੈਗੇ ਆ, ਰਿਸ਼ੀ ਨਾਮ ਦੇ। ਉਹਨਾਂ ਨੇ ਇਹ ਕਿਹਾ ਵੀ ਅਸੀਂ ਇੱਥੇ ਹੀ ਰਹਾਂਗੇ, ਜੇ ਸਾਨੂੰ ਅੱਜ ਵੀ ਪੁਲਿਸ ਵਾਲੇ ਰਿਮੂਵ ਕਰਦੇ, ਮੁੜ ਕੇ ਫਿਰ ਆਪਾਂ ਇੱਥੇ ਹੀ ਹਾਜ਼ਰ ਹੋਵਾਂਗੇ। ਪਰ 5:30 ਵਜੇ ਦੇ ਕਰੀਬ ਪੈਨ ਪੁਲਿਸ ਵਿਦ ਦ ਸਪੋਰਟ ਆਫ ਫਿਲਡੈਲਫੀਆ ਪੁਲਿਸ ਡਿਪਾਰਟਮੈਂਟ, ਉਹਨਾਂ ਨੇ ਇਹ ਰਿਮੂਵ ਕਰਨਾ। ਉਹਦੇ ਕਰਕੇ ਲੋਕਾਂ ਦੇ ਵਿੱਚ ਕਾਫੀ ਰੋਸ ਆ, ਖਾਸ ਕਰਕੇ ਸਟੂਡੈਂਟਸ ਵੀ ਜੇ ਤੁਸੀਂ ਰਿਮੂਵ ਵੀ ਕਰਨਾ ਜਾਂ ਕੁਛ ਕਰਨਾ, ਉਹ ਜ਼ਿਆਦਾ ਟਾਈਮ ਹੁੰਦਾ ਸਹੀ, ਉਹ ਰੈਗੂਲਰ ਡੇ ਟਾਈਮ ਆ, ਉਸ ਟਾਈਮ ਦੇ ਉੱਤੇ ਕਰ ਸਕਦੇ ਆ। ਪਰ ਤੜਕੇ ਜਿਹੜੇ ਸਟੂਡੈਂਟ ਉੱਥੇ ਸੁੱਤੇ ਹੋਏ ਸੀ, ਜਿਹੜੇ ਉਹਨਾਂ ਨੇ ਟੈਂਟ ਲਾਏ ਹੋਏ ਹੈਗੇ ਆ, ਉੱਥੋਂ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈਗਾ। ਜੀ ਬਿਲਕੁਲ। ਅਗਲੀ ਗੱਲ ਕਰੀਏ ਤਾਂ ਬਾਈਡਨ ਹੁਣਾਂ ਦੇ ਦੁਆਰਾ ਜੋ ਕੱਲ ਐਲਾਨ ਕੀਤਾ ਗਿਆ ਸੀਗਾ ਵੀ ਉਹ ਇਜ਼ਰਾਈਲ ਨੂੰ ਅਸਲਾ ਜਿਹੜਾ ਉਹ ਨਹੀਂ ਮੁਹੱਈਆ ਕਰਾਉਣਗੇ। ਉਹ ਰੋਕ ਰਹੇ ਆ ਵੀ ਰਾਫਾ ਦੇ ਵਿੱਚ ਤੁਸੀਂ ਹਮਲਾ ਨਾ ਕਰੋ, ਇਜ਼ਰਾਈਲ ਵਾਲਿਆਂ ਨੂੰ ਕਹਿ ਰਹੇ ਆ। ਪਰ ਇਹਦੇ ਨਾਲ ਅਮਰੀਕਾ ਤੇ ਇਜ਼ਰਾਈਲ, ਜਾਂ ਕਹਿ ਲਓ ਵੀ ਬਾਈਡਨ ਤੇ ਨੇਤਨਯਾਹੂ ਦੇ ਜੋ ਸੰਬੰਧਾਂ ਦੇ ਵਿੱਚ ਦਰਾਰ ਆ, ਉਹ ਹੋਰ ਵੱਧ ਗਈ ਆ। ਕਹਿੰਦੇ ਵੀ ਇਟ ਹਿਟਸ ਨਿਊ ਲੋ, ਜਦ US ਨੇ ਜਿਹੜੇ ਵੈਪਨਸ ਸ਼ਿਪਮੈਂਟ ਆ, ਉਹਨਾਂ ਨੂੰ ਪੌਜ਼ ਕਰ ਦਿੱਤਾ ਆ। ਇਜ਼ਰਾਈਲ ਦਾ ਜਿਹੜਾ ਪ੍ਰਾਈਮ ਮਿਨਿਸਟਰ ਨੇਤਨਯਾਹੂ ਆ, ਉਹ ਬੜੇ ਲੰਮੇ ਸਮੇਂ ਤੋਂ ਕਹਿ ਰਹੇ ਆ ਵੀ ਰਾਫਾ ਦੇ ਵਿੱਚ ਉਹਨਾਂ ਨੇ ਇਨਵੇਜਨ ਕਰਨੀ ਆ। ਗਾਜ਼ਾ ਪੱਟੀ ਦੇ ਵਿੱਚ ਸਭ ਤੋਂ ਦੱਖਣ ਦੇ ਹਿੱਸੇ ਦੇ ਵਿੱਚ ਇਹ ਸ਼ਹਿਰ ਆ, ਜੋ ਕਿ ਮਿਸਰ ਦੇ ਨਾਲ ਵੀ ਇਸ ਦਾ ਜਿਹੜਾ ਬਾਰਡਰ ਲੱਗਦਾ ਆ। 10 ਲੱਖ ਤੋਂ ਵੱਧ, ਯਾਨੀ ਕਿ ਮਿਲੀਅਨ ਤੋਂ ਵੱਧ ਜਿਹੜੇ ਲੋਕ ਪੈਲਸਤੀਨ ਜੋ ਉਤਲੇ ਇਲਾਕਿਆਂ ਦੇ ਵਿੱਚ, ਉੱਤਰੀ ਇਲਾਕਿਆਂ ਦੇ ਵਿੱਚ ਜੋ ਬੰਬਾਰਡਮੈਂਟ ਤੋਂ ਬਚਦੇ ਬਚਾਉਂਦੇ ਇੱਥੇ ਪਹੁੰਚੇ ਸੀ, ਉਹ ਉੱਥੇ ਟੈਂਟ ਲਾ ਕੇ ਰਹਿ ਰਹੇ ਸੀਗੇ। ਹੁਣ
ਰਾਫਾ ਦੇ ਵਿੱਚ ਇਜ਼ਰਾਈਲ ਦੁਆਰਾ ਕਿਹਾ ਜਾ ਰਿਹਾ ਵੀ ਇਜ਼ਰਾਈਲੀ ਜਿਹੜੀਆਂ ਹਮਾਸ ਦੀਆਂ ਜਿਹੜੀਆਂ ਬਟਾਲੀਅਨ ਆ ਉਹ ਉੱਥੇ ਮੌਜੂਦ ਨੇ ਤੇ ਉਹਨਾਂ ਨੂੰ ਹਰਾਉਣਾ ਸਾਡਾ ਮੇਨ ਜਿਹੜਾ ਉਹ ਮੋਟਿਵ ਹੈਗਾ ਆ। ਪੈਂਟਾਗਨ ਨੇ ਕਨਫਰਮ ਕੀਤਾ ਆ ਵੀ ਬਾਈਡਨ ਪ੍ਰਸ਼ਾਸਨ ਦੇ ਦੁਆਰਾ ਇਜ਼ਰਾਈਲ ਨੂੰ 1800 ਜਿਹੜੇ 2000 ਪਾਉਂਡ ਦੇ ਬੰਬ ਤੇ 1700 500 ਜਿਹੜੇ ਆ ਪਾਉਂਡ ਦੇ ਜਿਹੜੇ ਬੰਬ ਆ ਉਹਨਾਂ ਨੂੰ ਰੋਕਿਆ ਗਿਆ ਹੈਗਾ ਆ। ਸੋ ਇਹ 1800 ਤੇ 1700 ਜਿਹੜੇ ਬੰਬ ਆ ਉੱਥੇ ਗਾਜ਼ਾ ਪੱਟੀ ਦੇ ਵਿੱਚ ਹੀ ਡਿੱਗਣੇ ਸੀਗੇ। ਬਹੁਤ ਸਾਰੀਆਂ ਸਰਕਾਰਾਂ ਨੇ ਤੇ ਜਿਹੜੀਆਂ ਹਿਊਮੈਨਿਟੇਰੀਅਨ ਆਰਗੇਨਾਈਜੇਸ਼ਨ ਆ ਉਹਨਾਂ ਨੇ ਪਹਿਲਾਂ ਹੀ ਵਾਰਨਿੰਗ ਦਿੱਤੀ ਆ ਵੀ ਜੇ ਰਾਫਾ ਦੇ ਵਿੱਚ ਹਮਲਾ ਹੁੰਦਾ ਤਾਂ ਇਨਸਾਨੀ ਜਿਹੜੇ ਕੰਸੀਕੁਐਂਸਿਸ ਆ ਬਹੁਤ ਹੀ ਜ਼ਿਆਦਾ ਭਿਆਨਕ ਸਿੱਟੇ ਲੈ ਕੇ ਜਿਹੜੇ ਇਹ ਆਉਣਗੇ। ਓਵਰ ਕਰਾਊਡਡ ਐਨਕਲੇਵ ਆ ਤੇ ਇੱਥੇ ਜੇ ਮਿਲਟਰੀ ਸਟ੍ਰਾਈਕ ਕੀਤੀਆਂ ਜਾਂਦੀਆਂ ਆ ਤਾਂ ਹਾਲਾਤ ਬਦ ਤੋਂ ਬੱਤਰ ਬਹੁਤ ਜਲਦੀ ਬਣ ਜਾਣਗੇ। ਕਹਿੰਦੇ ਵੀ ਇਹ ਡੈਫੀਨਿਟਲੀ ਇੱਕ ਅਰਥਕੁਏਕ ਹੋਵੇਗਾ ਜੇ ਹੁਣ ਦੇਖਿਆ ਜਾਵੇ ਇਜ਼ਰਾਈਲ ਤੇ ਅਮਰੀਕਾ ਦੇ ਸੰਬੰਧਾਂ ਨੂੰ ਲੈ ਕੇ। ਅਮਰੀਕਨ ਡਿਪਲੋਮੈਟ ਰਿਚਰਡ ਹਾਸ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਯੂਐਸ ਪ੍ਰੈਜ਼ੀਡੈਂਟ ਦੇ ਦੁਆਰਾ ਇਹ ਸਟਾਪ ਕਰਨਾ ਹੈ ਸਰਟਨ ਵੈਪਨਸ ਨੂੰ, ਇਹ ਇੱਕ ਹੁਣ ਕਹਿੰਦੇ ਵੀ ਬਿਲਡਅਪ ਹੋ ਰਿਹਾ ਸੀ ਲੰਮੇ ਸਮੇਂ ਤੋਂ ਤੇ ਰਾਫਾ ਦੇ ਨਾਲ ਉਹ ਜਿਹੜਾ ਸਟਰਾ ਆ ਉਹ ਟੁੱਟ ਗਿਆ ਆ। ਸੋ ਇਹ ਕਾਉਂਸਲ ਔਨ ਫੋਰਨ ਰਿਲੇਸ਼ਨ ਤੇ ਪਾਲਿਸੀ ਐਡਵਾਈਜ਼ਰ ਦੇ ਤੌਰ ਦੇ ਉੱਤੇ ਭੂਮਿਕਾ ਨਿਭਾ ਚੁੱਕੇ ਨੇ ਜਾਰਜ ਡਬਲਿਊ ਬੁਸ਼ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਸ ਦੇ ਵਿੱਚ, ਤੇ ਇਹਦੇ ਨਾਲ ਦੋਨਾਂ ਮੁਲਕਾਂ ਦੇ ਵਿੱਚ ਰਿਸ਼ਤਿਆਂ 'ਚ ਦਰਾਰ ਜਿਹੜੀ ਉਹ ਹੋਰ ਵੱਧ ਰਹੀ ਆ। ਜੀ, ਇਸੇ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਬਹੁਤ ਸਾਰੇ ਮੁਲਕਾਂ ਦੇ ਵਿੱਚ ਜਿਹੜੇ ਜਰਨਲਿਸਟ ਹੁੰਦੇ ਆ ਜਾਂ ਨਿਊਜ਼ ਚੈਨਲ ਆ ਉਹਨਾਂ ਨੂੰ ਬੰਦ ਕਰ ਦਿੱਤਾ ਜਾਂਦਾ ਆ। ਇਜ਼ਰਾਈਲ ਵਾਲਿਆਂ ਨੇ ਅਲ ਜਜ਼ੀਰਾ ਦਾ ਜਿਹੜਾ ਟੀਵੀ ਚੈਨਲ ਆ ਉਹਨੂੰ ਬੰਦ ਕਰ ਦਿੱਤਾ ਤੇ ਉਹਦੇ ਸਬੰਧ ਦੇ ਵਿੱਚ ਜਿਹੜਾ ਪੰਜਾਬੀ ਪ੍ਰੈਸ ਕਲੱਬ BC ਆ ਉਹਨਾਂ ਨੇ ਮਤਾ ਵੀ ਪਾਸ ਕੀਤਾ। ਕਹਿੰਦੇ ਵੀ ਇਹ ਜਿਹੜੀ ਇਜ਼ਰਾਈਲ ਸਰਕਾਰ ਦੀ ਕਾਰਵਾਈ ਆ ਇਹਦੀ ਨਿੰਦਾ ਕਰਦੇ ਆ ਤੇ ਜਿਹੜਾ ਵੀ ਕੋਈ ਸਹੀ ਚੈਨਲ ਜਾਂ ਸਹੀ ਜਾਣਕਾਰੀ ਦਿੰਦਾ ਆ ਉਸ ਨੂੰ ਬੰਦ ਨਹੀਂ ਕਰਨਾ ਚਾਹੀਦਾ। ਇਹ ਬਹੁਤ ਹੀ ਗੈਰ ਜਮਹੂਰੀ ਤੇ ਦਮਨਕਾਰੀ ਆ ਤੇ ਪ੍ਰੈਸ ਦੀ ਆਜ਼ਾਦੀ ਤੇ ਸਿੱਧਾ ਹਮਲਾ ਹੈਗਾ। ਤੇ ਜੇ ਆਪਾਂ ਗੱਲ ਇਜ਼ਰਾਈਲ ਤੇ ਅਮਰੀਕਾ ਦੀ ਸੰਬੰਧ ਦੀ ਗੱਲ ਕਰਦੇ ਜਾਈਏ, ਅੱਜ ਨਿਊਯਾਰਕ ਟਾਈਮ ਨੇ ਬਹੁਤ ਵਧੀਆ ਆਰਟੀਕਲ ਛਾਪਿਆ। ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਇਹ ਪਹਿਲੀ ਵਾਰੀ ਨਹੀਂ ਹੋਇਆ ਵੀ US ਦੇ ਪ੍ਰੈਜ਼ੀਡੈਂਟ ਨੇ ਇਜ਼ਰਾਈਲ ਨੂੰ ਕਿਹਾ ਹੋਵੇ ਵੀ ਨਹੀਂ ਅਸੀਂ ਤੁਹਾਨੂੰ ਜਿਹੜਾ ਆ ਹਥਿਆਰ ਨਹੀਂ ਦੇਣੇ ਹੈਗੇ। ਇਸ ਤੋਂ ਪਹਿਲਾਂ ਰੋਨਾਲਡ ਰੀਗਨ ਜਦੋਂ US ਦੇ ਪ੍ਰੈਜ਼ੀਡੈਂਟ ਸੀਗੇ ਉਹਨਾਂ ਨੇ ਬਹੁਤ ਇੱਕ ਵਾਰ ਸਖਤ ਸਟੈਂਡ ਲੈ ਲਿਆ ਸੀ ਕਿਉਂਕਿ ਇਜ਼ਰਾਈਲ ਵਾਲੇ ਬੈਰੂਤ ਦੇ ਵਿੱਚ ਜੋ ਆ ਬੰਬਾਰਡਮੈਂਟ ਕਰ ਰਹੇ ਸੀ ਤੇ ਉਹਨਾਂ ਨੇ ਉਸ ਟਾਈਮ ਦੇ ਜਿਹੜੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਸੀ ਮੈਨਾਚੇਮ ਬੇਜਨ, ਇਹ ਅਗਸਤ 12 1982 ਦੀ ਗੱਲ ਆ, ਉਦੋਂ ਉਹਨਾਂ ਨੂੰ ਫੋਨ ਲਾਇਆ ਤੇ ਉਹ ਕਹਿੰਦੇ ਵੀ ਇਟ ਇਜ਼ ਏ ਹੋਲੋਕਾਸਟ ਤੇ ਗੁੱਸੇ ਦੇ ਵਿੱਚ ਪ੍ਰੈਜ਼ੀਡੈਂਟ ਰੀਗਨ ਹੋਣਾ ਨੇ ਉਹਨਾਂ ਨੂੰ ਕਿਹਾ ਤੇ ਨਾਲ ਹੀ ਇਹ ਕਿਹਾ ਵੀ ਅਸੀਂ ਸਾਰਾ ਕੁਝ ਤੁਹਾਡਾ ਬੰਦ ਕਰਨ ਜਾ ਰਹੇ ਹਾਂ। ਤੇ ਹਾਲਾਂਕਿ ਕਹਿੰਦੇ ਵੀ ਜਿਹੜਾ ਉਹ ਪ੍ਰੈਜ਼ੀਡੈਂਟ ਸੀਗਾ ਮਿਸਟਰ ਬੇਜਨ ਇਜ਼ਰਾਈਲ ਦਾ ਉਹਦੇ ਜਿਹੜੇ ਪੇਰੈਂਟਸ ਸੀਗੇ ਉਹ ਨਾਜ਼ੀਜ਼ ਨੇ ਮਾਰੇ ਸੀ ਤੇ ਉਹਨੇ ਕਿਹਾ ਵੀ ਮਿਸਟਰ ਪ੍ਰੈਜ਼ੀਡੈਂਟ ਆਈ ਨੋ ਅਬਾਊਟ ਹੋਲੋਕਾਸਟ ਜਿਹੜਾ ਇਜ਼ਰਾਈਲ ਦਾ ਲੀਡਰ ਸੀਗਾ। ਪਰ ਬਾਅਦ ਦੇ ਵਿੱਚ 20 ਮਿੰਟਾਂ ਬਾਅਦ ਕਹਿੰਦੇ ਫਿਰ ਉਹਨ ਕਾਲ ਕਰਕੇ ਜਿਹੜਾ ਕਿਹਾ ਵੀ ਮੈਂ ਇਹ ਜਿਹੜੀ ਬੰਬਾਰਡਮੈਂਟ ਜੰਗ ਚੱਲ ਰਹੀ ਆ ਇਸ ਨੂੰ ਰੋਕ ਰਿਹਾ ਹੈਗਾ। ਤੇ ਕਹਿੰਦੇ ਵੀ ਉਸ ਟਾਈਮ ਦੇ ਉੱਤੇ ਰੀਗਨ ਨੇ ਆਪਣੇ ਜਿਹੜੇ ਉਹਦੇ ਏਡ ਸੀ ਉਹਦੇ ਜਿਹੜੇ ਸਹਾਇਕ ਹੁੰਦੇ ਆਫਿਸ ਦੇ ਵਿੱਚ ਉਹਨਾਂ ਨੂੰ ਕਿਹਾ ਵੀ ਮੈਨੂੰ ਨਹੀਂ ਪਤਾ ਸੀ ਵੀ ਮੇਰੇ ਕੋਲ ਐਡੀ ਵੱਡੀ ਜਿਹੜੀ ਪਾਵਰ ਹੈਗੀ ਆ। ਇਹ ਨਿਊਯਾਰਕ ਟਾਈਮ ਨੇ ਰਿਪੋਰਟ ਕੀਤਾ। ਸੋ ਦੇਖੋ ਹਰਜੋਤ ਸਿੰਘ ਸੌਰੀ ਮੈਂ ਵਿੱਚ ਤੁਹਾਨੂੰ ਟੋਕ ਰਿਹਾ, ਉਸ ਟਾਈਮ ਦੇ ਉੱਤੇ ਡੈਮੋਕ੍ਰੇਟ ਜ਼ਿਆਦਾ ਸਪੋਰਟਿਵ ਸੀਗੇ ਇਜ਼ਰਾਈਲ ਦੇ। ਅੱਜ ਜਿਹੜਾ ਆਪਾਂ ਦੇਖ ਰਹੇ ਹਾਂ ਵੀ ਜਿਹੜੇ ਰਿਪਬਲਿਕਨਸ ਆ ਉਹ ਜ਼ਿਆਦਾ ਸਪੋਰਟਿਵ ਆ। ਸਮਾਂ ਬਦਲ ਗਿਆ ਪਰ ਉਸ ਗੱਲ ਤੋਂ 5 ਮਹੀਨਿਆਂ ਬਾਅਦ ਹੀ ਰੀਗਨ ਜਦੋਂ ਆਫਿਸ ਦੇ ਵਿੱਚ ਸੀਗੇ ਉਹਨਾਂ ਨੇ ਜਿਹੜੇ US ਦੇ F-16 ਵਾਰਪਲੇਨ ਆ ਉਹ ਇਰਾਕ ਦੇ ਵਿੱਚ ਵੀ ਜਿਹੜੇ ਉਹ ਘੱਲੇ ਸੀਗੇ ਜਿਹੜੀ ਨਿਊਕਲੀਅਰ ਪਲਾਂਟ ਆ ਉਹਨਾਂ ਉੱਤੇ ਹਮਲਾ ਜਿਹੜਾ ਉਹ ਕਰਨ ਦੇ ਲਈ। ਸੋ ਇਹ ਪਹਿਲੀ ਵਾਰੀ ਨਹੀਂ ਤੇ ਸ਼ਾਇਦ ਇਹ ਅਖੀਰਲੀ ਵਾਰੀ ਵੀ ਨਹੀਂ ਵੀ, ਪਰ ਇਹ ਆ ਵੀ ਇਜ਼ਰਾਈਲ ਤੇ ਹਮਾਸ ਦੀ ਵਾਰ ਜੋ ਕਿ ਅਕਤੂਬਰ 7 ਤੋਂ ਸ਼ੁਰੂ ਹੋਈ ਆ ਉਸ ਤੋਂ ਬਾਅਦ ਦੇ ਵਿੱਚ ਇਹ ਪਹਿਲੀ ਵਾਰੀ ਹੋਇਆ ਆ। ਅੱਖਾਂ ਦਿਖਾਉਂਦੇ ਰਹੇ ਪਰ ਇਹ ਹੁਣ ਫਾਈਨਲੀ ਜਿਹੜਾ ਬਾਈਡਨ ਹੋਣਾ ਨੇ ਫੈਸਲਾ ਜਿਹੜਾ ਉਹ ਲਿਆ ਹੈਗਾ ਆ ਵੀ ਭਾਈ ਇਹ ਕੁਛ ਜਿਹੜਾ ਉਹ ਇਹਨਾਂ ਨੇ ਕਰਨਾ ਆ। ਹੋ ਸਕਦਾ ਆ ਨਿਊਯਾਰਕ ਟਾਈਮਸ ਨੇ ਓਪੀਨੀਅਨ ਆਰਟੀਕਲ, ਇੱਕ ਤਾਂ ਇਹ ਆਰਟੀਕਲ ਛਾਪਿਆ ਵੀ ਇਹ ਪਹਿਲਾ ਪ੍ਰੈਜ਼ੀਡੈਂਟ ਨਹੀਂ ਵੀ ਇਹਨਾਂ ਨੇ ਜਿਹੜਾ ਰੋਕਿਆ ਹਥਿਆਰ, ਪਰ ਨਾਲ ਹੀ ਓਪੀਨੀਅਨ ਆਰਟੀਕਲ ਬ੍ਰੈਟ ਸਟੀਫਨਸ ਨੇ ਜਿਹੜਾ ਉੱਤੇ ਲਿਖਿਆ ਆ ਵੀ ਪ੍ਰੈਜ਼ੀਡੈਂਟ ਬਾਈਡਨ ਨੇ ਆਪਣੇ ਜਿਹੜੇ ਆ ਇਹਦੇ ਵਿੱਚ ਬਿਗੇਸਟ ਬਲੰਡਰ ਜਿਹੜਾ ਆ ਉਹ ਕਰ ਦਿੱਤਾ ਆ। 3500 ਬੰਬਾਂ ਦੀ ਜਿਹੜੀ ਜਾਣੀ ਸੀਗੀ ਉੱਥੇ
ਉਸ ਨੂੰ ਜਿਹੜਾ ਉਹ ਰੋਕ ਕੇ ਇਹਦੇ ਨਾਲ ਕਹਿੰਦੇ ਵੀ ਬਲੰਡਰ ਜਿਹੜਾ ਉਹ ਹੋਇਆ ਹੋ ਸਕਦਾ ਆ। ਸੋ ਹੁਣ ਦੇਖੋ ਅੱਗੇ ਇਹਦੇ ਨਾਲ ਕੀ ਜਿਹੜਾ ਉਹ ਬਣਦਾ ਆ। ਉੱਦਾਂ ਹਮਾਸ ਵਾਲਿਆਂ ਨੇ ਇਜ਼ਰਾਈਲ ਨੂੰ ਇਹ ਕਹਿਤਾ ਸੀਗਾ ਵੀ ਜੇ ਤੁਸੀਂ ਰਾਫਾ ਦੇ ਵਿੱਚ ਹਮਲਾ ਕਰਦੇ ਆ ਤਾਂ ਤੁਸੀਂ ਇੱਥੇ ਪਿਕਨਿਕ ਤੇ ਨਹੀਂ ਆਏ, ਅਸੀਂ ਵੀ ਤੁਹਾਨੂੰ ਮੂੰਹ ਤੋੜਵਾ ਜਿਹੜਾ ਉੱਥੇ ਜਵਾਬ ਜਿਹੜਾ ਉਹ ਦੇਵਾਂਗੇ। ਸੋ ਇਜ਼ਰਾਈਲੀ ਜੋ ਕਹਿ ਰਹੇ ਆ ਵੀ ਹਮਾਸ ਵਾਲੇ ਉੱਥੇ ਮੌਜੂਦ ਹੋਣਗੇ, ਉਹ ਇਹਨਾਂ ਦਾ ਇਹ ਬਿਆਨ ਉਸ ਚੀਜ਼ ਨੂੰ ਜਿਹੜਾ ਉਹ ਕਿਤੇ ਨਾ ਕਿਤੇ ਪੁਸ਼ਟ ਵੀ ਕਰਦਾ ਆ। ਪਰ ਆਮ ਲੋਕਾਂ ਦੇ ਨਾਲ ਜੋ ਹਾਲਾਤ ਬਣਨੇ ਆ ਉਹਦੇ ਕਰਕੇ ਸਾਰੀ ਦੁਨੀਆ ਇਹ ਕਹਿ ਰਹੀ ਆ, ਇਜ਼ਰਾਈਲ ਨੂੰ ਕਹਿ ਰਹੀ ਆ ਵੀ ਭਾਈ ਤੁਸੀਂ ਰਾਫਾ ਦੇ ਵਿੱਚ ਨਾ ਹੀ ਹਮਲਾ ਕਰੋ। ਬਰਨੀ ਸੈਂਡਰਸ ਜੋ ਸੈਨੇਟਰ ਹੈਗੇ ਵਰਮੌਂਟ ਤੋਂ 2 ਵਾਰੀ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਵੀ ਰਹੇ ਆ, ਕੱਲ ਉਹਨਾਂ ਨੂੰ ਜਰਨਲਿਸਟ ਨੇ ਪੁੱਛਿਆ ਭਈ ਜੋ ਕੁਝ ਗਾਜ਼ਾ ਦੇ ਵਿੱਚ ਵਾਪਰ ਰਿਹਾ ਆ ਵੀ ਇਹ ਜੈਨੋਸਾਈਡ ਨਹੀਂ ਹੈ। ਉਹ ਕਹਿੰਦਾ ਵੀ ਜੇ ਹਿਟਲਰ ਨੇ ਜੋ ਕੁਝ ਕੀਤਾ ਸੀ ਉਹਨੂੰ ਤੁਸੀਂ ਕੀ ਕਹਿੰਦੇ ਆ, ਰਵਾਂਡਾ 'ਚ ਕੀ ਕੁਝ ਵਾਪਰਿਆ ਉਹਨੂੰ ਕੀ ਕਹਿੰਦੇ ਆ, ਤਾਂ ਇਹ ਵੀ ਨੋ ਡਿਫਰੈਂਟ ਹੈਗਾ। ਸੋ ਬਹੁਤ ਕ੍ਰਿਟੀਕਲ ਰਹਿੰਦੇ, ਹਾਲਾਂਕਿ ਉਹ ਖੁਦ ਜੀਵ ਵੀ ਆ। ਉਹ ਕਹਿੰਦੇ ਵੀ ਧੱਕਾ ਜਿਹੜਾ ਆ ਉਹ ਬਹੁਤ ਜ਼ਿਆਦਾ ਹੋ ਰਿਹਾ ਹੈਗਾ। ਈਵਨ ਹੁਣ ਜਿਹੜੀ ਪੈਲਸਤੀਨੀਅਨ ਸਟੇਟ ਆ ਉਸ ਤੋਂ ਵੀ ਜਿਹੜੇ ਇਜ਼ਰਾਈਲ ਵਾਲੇ ਮੁੱਕਰਦੇ ਨਜ਼ਰ ਆ ਰਹੇ ਹੈਗੇ ਆ। ਸੋ ਸਿਚੁਏਸ਼ਨ ਬਹੁਤ ਬੈਡ ਆ। ਹੁਣ ਤੱਕ ਜਿਸ ਤਰ੍ਹਾਂ ਆਪਾਂ ਤੁਹਾਨੂੰ ਦੱਸੇ ਚੁੱਕੇ ਹਾਂ 35,000 ਤੋਂ ਵੱਧ ਲੋਕ ਗਾਜ਼ਾ ਦੇ ਵਿੱਚ ਮਾਰੇ ਜਾ ਚੁੱਕੇ ਆ। 75 ਤੋਂ ਲੈ ਕੇ 75,000 ਤੋਂ ਲੈ ਕੇ 1 ਲੱਖ ਦੇ ਵਿੱਚ ਲੋਕਾਂ ਦੇ ਜਿਹੜੀਆਂ ਸੱਟਾਂ ਲੱਗੀਆਂ, ਕਿਸੇ ਦੀ ਬਾਂਹ ਨਹੀਂ, ਲੱਤ ਨਹੀਂ, ਜੋ ਬੰਬਾਰਡਮੈਂਟ ਦੇ ਨਾਲ। ਤੇ 1200 ਦੇ ਕਰੀਬ ਇਜ਼ਰਾਈਲ ਦੇ ਵਿੱਚ ਜਿਹੜੇ ਲੋਕ ਆ ਉਹ ਹਮਾਸ ਵਾਲਿਆਂ ਨੇ ਉਹਨਾਂ ਨੇ ਮਾਰੇ ਸੀ, ਉਹਨਾਂ ਨੇ ਕਤਲ ਕੀਤਾ ਸੀ। ਤੇ ਹਜੇ ਵੀ 2-250 ਦੇ ਕਰੀਬ ਜਿਹੜੇ ਉੱਥੋਂ ਉਹਨਾਂ ਨੇ ਇਜ਼ਰਾਈਲ 'ਚ ਲੈ ਗਏ ਸੀ ਕਿਡਨੈਪ ਕਰਕੇ, ਉਹ ਹਮਾਸ ਵਾਲਿਆਂ ਨੇ ਆਪਣੇ ਕੋਲ ਰੱਖੇ ਹੋਏ। ਤਾਂ ਅਮਰੀਕਾ ਦੇ ਵਿੱਚ ਜਿਹੜੇ ਲੋਕ ਆ ਇਜ਼ਰਾਈਲ ਦੇ ਹੱਕ ਵਾਲੇ ਵੀ ਬਹੁਤ ਹੈਗੇ ਆ, ਪਰ ਜਿਹੜੇ ਪ੍ਰੋ ਪੈਲਸਤੀਨੀਅਨ ਹੈਗੇ ਆ ਉਹ ਇਸ ਗੱਲੋਂ ਵੀ ਔਖੇ ਆ ਵੀ ਸਾਡਾ ਜਿਹੜਾ ਟੈਕਸ ਪੇਅਰਸ ਮਨੀ ਆ ਉਹ ਬਿਲੀਅਨਸ ਆਫ ਡਾਲਰ ਉਹ ਜਿਹੜਾ ਆ ਇਜ਼ਰਾਈਲ ਨੂੰ ਤੁਸੀਂ ਬੰਬ ਦੇ ਭੇਜ ਰਹੇ ਆ, ਉਹ ਜਿਹੜੇ ਇਨੋਸੈਂਟ ਲੋਕਾਂ ਦੇ ਅਗੇਂਸਟ ਵਰਤ ਰਹੇ ਹੈਗੇ ਜੀ। ਉਧਰ ਰਿਪਰੈਜ਼ੈਂਟੇਟਿਵ ਕੌਰੀ ਮਿਲਜ਼ ਫਲੋਰੀਡਾ ਤੋਂ ਜਿਹੜੇ ਰਿਪਬਲਿਕਨ ਆ ਉਹ ਕਹਿੰਦੇ ਵੀ ਇੰਪੀਚਮੈਂਟ ਆਰਟੀਕਲਸ ਹੁਣ ਪ੍ਰੈਜ਼ੀਡੈਂਟ ਬਾਈਡਨ ਦੇ ਉਲਟ ਉਹ ਪ੍ਰਿਪੇਅਰ ਕਰ ਰਹੇ ਆ, ਕਿਉਂਕਿ ਉਹਨਾਂ ਨੇ ਜਿਹੜਾ ਫੈਸਲਾ ਲਿਆ ਵੀ ਇਜ਼ਰਾਈਲ ਨੂੰ ਜਿਹੜੀ ਮਦਦ ਬਣਦੀ ਆ ਉਹ ਉੱਥੇ ਨਹੀਂ ਘੱਲਣੀ। ਜਿਹੜੇ 3500 ਬੰਬ ਘੱਲਣ ਦੇ ਉੱਤੇ ਰੋਕ ਲਾਈ ਆ ਉਸ ਨੂੰ ਲੈ ਕੇ ਉਹਨਾਂ ਨੇ ਕਿਹਾ ਵੀ ਹਾਊਸ ਦੇ ਕੋਲ ਹੁਣ ਹੋਰ ਕੋਈ ਚਾਰਾ ਨਹੀਂ ਬਲਕਿ ਇੰਪੀਚ ਕਰਨਾ ਆ ਪ੍ਰੈਜ਼ੀਡੈਂਟ ਕੁਇਡ ਪ੍ਰੋ ਜੋ ਬਾਈਡਨ ਉਹਨਾਂ ਨੂੰ। ਤੇ ਵਾਈਸ ਪ੍ਰੈਜ਼ੀਡੈਂਟ ਜਦੋਂ ਸੀਗੇ ਬਾਈਡਨ ਉਦੋਂ ਉਹਨਾਂ ਨੇ ਕਹਿੰਦੇ ਵੀ ਥ੍ਰੈਟਨ ਵੀ ਕੀਤਾ ਸੀਗਾ ਫੰਡਿੰਗ ਨੂੰ ਤੇ ਏਡ ਨੂੰ ਯੂਕਰੇਨ ਨੂੰ, ਜਿੰਨੀ ਦੇਰ ਤੱਕ ਜੇ ਬੁਰਿਸਮਾ ਵਾਲੀ ਜਨਰਲ ਇਨਵੈਸਟੀਗੇਸ਼ਨ ਦਾ ਜਿਹੜਾ ਅਟਰਨੀ ਆ ਉਸ ਨੂੰ ਫਾਇਰ ਨਹੀਂ ਜਿਹੜਾ ਉਹ ਕਰ ਦਿੰਦੇ। ਇਹ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਸੀਗਾ। ਸੋ ਇਸ ਮਾਮਲੇ ਵਿੱਚ ਜਿਹੜੀ ਪਹਿਲੀ ਇਹਨਾਂ ਦੀ ਇੰਪੀਚਮੈਂਟ ਸੀ ਉਹ ਤਾਂ ਅਜੇ ਕਿਸੇ ਤਣ ਪੱਤਣ ਨਹੀਂ ਲੱਗੀ, ਉਹਦੇ ਵਿੱਚ ਸਬੂਤ ਵਗੈਰਾ ਕਾਫੀ ਔਖੇ ਇਹਨਾਂ ਨੂੰ ਮਿਲ ਰਹੇ ਆ। ਹਾਂ, ਬਿਆਨਬਾਜ਼ੀ ਜ਼ਰੂਰ ਤੱਤੀ ਹੁੰਦੀ ਰਹਿੰਦੀ ਆ, ਪਰ ਇਸ ਮਾਮਲੇ ਵਿੱਚ ਹੁਣ ਇੱਕ ਨਵੇਂ ਇੰਪੀਚਮੈਂਟ ਆਰਟੀਕਲਸ ਲਿਖਣ ਦੀ ਜਿਹੜੀ ਧਮਕੀ ਆ ਉਹ ਇਹਨਾਂ ਨੇ ਦੇ ਦਿੱਤੀ ਆ। ਜੀ। ਅਗਲੀ ਖਬਰ ਵੱਲ ਚੱਲੀਏ। ਨਿਊਯਾਰਕ ਦਾ ਜਿਹੜਾ ਸਕੁਅਰ ਹੈਗਾ ਆ ਉੱਥੇ ਟਰਬਨ ਡੇ ਮਨਾਇਆ ਜਾ ਰਿਹਾ ਹੈਗਾ ਸਿੱਖਾਂ ਵੱਲੋਂ ਕੱਲ ਨੂੰ, ਸ਼ਨੀਚਰਵਾਰ ਨੂੰ, ਮਈ 11 ਨੂੰ। ਸੋ ਉਹ ਜਿਹੜੀ ਵੀ ਆਰਗੇਨਾਈਜੇਸ਼ਨ ਆ, ਆਪਾਂ ਤਾਂ ਉਹਨਾਂ ਨੂੰ ਜਾਣਦੇ ਨਹੀਂ ਪਰਸਨਲੀ, ਪਰ ਇਹ ਇੱਕ ਵਧੀਆ ਜਿਹੜਾ ਕਦਮ ਹੈਗਾ ਇਹ, ਤਾਂ ਕਿ ਜਿੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਪੂਰੀ ਦੁਨੀਆ ਤੋਂ ਵਿਜ਼ਿਟ ਕਰਨ ਆਏ ਹੁੰਦੇ ਹੈਗੇ ਆ ਉੱਥੇ ਲੋਕਾਂ ਨੂੰ ਪਤਾ ਚੱਲੂਗਾ। ਹਾਲਾਂਕਿ ਪਿਛਲੇ 3-4 ਮਹੀਨਿਆਂ ਤੋਂ ਪਤਾ ਹੀ ਆ ਵੀ ਕੀ ਕੁਝ ਦੁਨੀਆ 'ਚ ਵਾਪਰ ਰਿਹਾ ਆ ਸਿੱਖਾਂ ਨੂੰ ਲੈ ਕੇ। ਲਗਭਗ ਦੁਨੀਆ ਦਾ ਹਰ ਇੱਕ ਜਰਨਲਿਸਟ, ਹਰ ਇੱਕ ਨਿਊਜ਼ਪੇਪਰ ਪੂਰੀ ਤਰ੍ਹਾਂ ਉਹ ਭਾਰਤ ਸਰਕਾਰ ਨੂੰ ਐਕਸਪੋਜ਼ ਕਰ ਰਿਹਾ ਆ ਕਿਸ ਤਰ੍ਹਾਂ ਸਿੱਖਾਂ ਦਾ ਕਤਲੇਆਮ ਕਰਨ ਦੀ ਕੋਸ਼ਿਸ਼ ਹੋ ਰਹੀ ਆ। ਸੋ ਟਾਈਮਜ਼ ਸਕੁਅਰ ਨਿਊਯਾਰਕ ਸਿਟੀ ਦੇ ਵਿੱਚ ਸ਼ਨੀਚਰਵਾਰ ਨੂੰ ਮਈ 11 2024 ਨੂੰ 11 ਵਜੇ ਤੋਂ ਲੈ ਕੇ 5 ਵਜੇ ਤਾਈਂ ਟਰਬਨ ਡੇ ਜਿਹੜਾ ਆ ਉਹ ਮਨਾਇਆ ਜਾਣਾ ਆ। ਉੱਥੇ ਪੱਗਾਂ ਵੀ ਬੰਨੂਗੇ। ਜਿਹੜੀ ਵੀ ਆਰਗੇਨਾਈਜੇਸ਼ਨ ਕਰ ਰਹੀ ਆ ਉਹ ਵਧੀਆ ਸਟੈਪ ਹੈਗਾ। ਸੋ ਜਿਹੜੇ ਜਿੰਨੇ ਵੀ ਸਾਡੇ ਸਰੋਤੇ ਨਿਊਯਾਰਕ ਏਰੀਏ ਦੇ ਆ, ਜੇ ਜਾ ਸਕਦੇ ਆ ਵੱਧ ਤੋਂ ਵੱਧ ਉੱਥੇ ਹਾਜ਼ਰੀ ਲਾਣੀ ਚਾਹੀਦੀ ਹੈ। ਬਿਲਕੁਲ, ਇਹ ਪਿਛਲੇ ਕਈ ਸਾਲਾਂ ਤੋਂ ਇਹ ਹੁੰਦਾ ਆ ਰਿਹਾ ਹੈਗਾ ਆ। ਟਰਬਨ ਡੇ ਇੰਕ ਕਰਕੇ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ, ਉਹਨਾਂ ਦੇ ਦੁਆਰਾ ਹਰ ਸਾਲ ਇਸ ਨੂੰ ਕੋਸ਼ਿਸ਼ ਕੀਤੀ ਜਾਂਦੀ ਆ ਟਰਬਨ ਡੇ ਉੱਥੇ ਮਨਾਉਣ ਦੇ ਲਈ। ਆਪਾਂ ਨੂੰ ਬੇਕਰਸਫੀਲਡ ਦੇ ਵਿੱਚ ਕਈ ਵਾਰੀ ਜਿਹੜੇ ਪੱਗਾਂ ਬੰਨ੍ਹਣ ਵਾਲੇ ਲਖਵਿੰਦਰ ਸਿੰਘ ਮਿਲੇ, ਉਹ ਵੀ ਕਈ ਵਾਰੀ ਇੱਥੇ ਸ਼ਿਰਕਤ
ਜਿਹੜੇ ਉਹ ਕਰ ਚੁੱਕੇ ਆ। ਚੰਗੀ ਗੱਲ ਆ। ਸੋ ਦੂਰੋਂ ਨੇੜਿਓਂ ਜਿਹੜੇ ਆ ਉਹ ਜਾਂਦੇ ਹੈਗੇ ਆ ਤੇ ਪੱਗਾਂ ਦੇ ਬਾਰੇ, ਦਸਤਾਰਾਂ ਦੇ ਬਾਰੇ ਜਿਹੜਾ ਇਸ ਦੇ ਨਾਲ ਕਹਿੰਦੇ ਆ ਵੀ ਪਤਾ ਜਿਹੜਾ ਉਹ ਲੱਗਦਾ ਆ। ਸੋ 6 ਆਫ ਨਿਊਯਾਰਕ ਇੱਕ ਪੇਜ ਹੈਗਾ ਆ ਫੇਸਬੁੱਕ ਦੇ ਉੱਤੇ, ਉਹਨਾਂ ਨੇ ਸਾਰਾ ਕੁਝ ਪਾਇਆ ਟਰਬਨ ਡੇ ਇੰਕ ਕਰਕੇ ਵੀ ਉੱਥੇ ਟਰਬਨ ਡੇ ਕੱਲ ਨੂੰ ਜਿਹੜਾ ਆ ਉਹ ਮਨਾਇਆ ਜਾਣਾ ਹੈਗਾ ਆ। ਕਿਤੇ ਵੀ ਜਿਹੜੀ ਕੋਈ ਆਪਣੇ ਕਮਿਊਨਿਟੀ ਆ ਕਿਸੇ ਤਰ੍ਹਾਂ ਦਾ ਵੀ ਜਿਹੜਾ ਪੋਜ਼ਿਟਿਵ ਇੰਪੈਕਟ ਵਾਲਾ ਪ੍ਰੋਗਰਾਮ ਕਰ ਰਹੀ ਆ, ਜ਼ਰੂਰ ਸਾਡੇ ਨਾਲ ਖਬਰਾਂ ਸਾਂਝੀਆਂ ਕਰ ਲਿਆ ਕਰੋ, ਤਾਂ ਕਿ ਆਪਾਂ ਜਿਹੜੇ ਹੋਰ ਵੀ ਸਾਡੇ ਸਰੋਤੇ ਆ ਉਹ ਸੁਣ ਕੇ ਤੁਹਾਡੇ ਨਾਲ ਜਿਹੜਾ ਆ ਉਹ ਪਾਰਟਿਸਿਪੇਟ ਕਰ ਸਕਣ, ਤੁਹਾਡਾ ਜਿਹੜਾ ਕੋਈ ਵੀ ਪ੍ਰੋਗਰਾਮ ਕਰ ਰਹੇ ਆ ਉਹਦੇ ਵਿੱਚ ਵਾਧਾ ਕਰ ਸਕਣ। ਇਹ ਇੱਕ ਰਾਈਟ ਨਾਓ ਬਹੁਤ ਜ਼ਰੂਰੀ ਹੈਗਾ ਪੂਰੀ ਦੁਨੀਆ ਦੇ ਵਿੱਚ, ਜਿੱਥੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, UK, ਉਹਨਾਂ ਮੁਲਕਾਂ ਦੇ ਵਿੱਚ ਸਿੱਖਾਂ ਪ੍ਰਤੀ ਇੰਨੀ ਜਾਗਰੂਕਤਾ ਪੈਦਾ ਹੋ ਰਹੀ ਆ ਭਈ ਦੇਖੋ ਇਸ ਕੌਮ ਦੇ ਲੋਕਾਂ ਨੂੰ ਕਿੱਦਾਂ ਮਾਰਨ ਦੀ ਕੋਸ਼ਿਸ਼ ਇੰਡੀਆ ਦੇ ਜਿਹੜੇ ਏਜੰਟਸ ਕਰ ਰਹੇ ਆ, ਤੇ ਜੀ ਉੱਥੇ ਸਾਨੂੰ ਲੋਕਾਂ ਦੀ ਜਿਹੜੀ ਸਿੰਪਥੀ ਲੈਣ ਦੇ ਲਈ ਜਿਸ ਤਰ੍ਹਾਂ ਸਿੱਖ ਕੌਮ ਹਮੇਸ਼ਾ ਹੀ ਵੱਧ ਚੜ ਕੇ ਹਿੱਸਾ ਪਾਉਂਦੀ ਰਹਿੰਦੀ ਆ, ਕਿਤੇ ਵੀ ਨੈਚੁਰਲ ਡਿਜ਼ਾਸਟਰ ਆ ਜਾਏ, ਚਾਹੇ ਉਹ ਟੈਕਸਸ ਦੇ ਵਿੱਚ ਫਲੱਡ ਆਏ ਹੋਣ, ਚਾਹੇ ਉਹ ਆਸਟ੍ਰੇਲੀਆ ਦੇ ਵਿੱਚ ਅੱਗਾਂ ਲੱਗੀਆਂ ਹੋਣ, ਫਲੱਡ ਆਏ ਹੋਣ, ਅੱਗੇ ਵੱਧ ਚੜ ਕੇ ਕੈਲੀਫੋਰਨੀਆ 'ਚ ਵੀ ਕਈ ਜੀ ਥਾਵਾਂ ਦੇ ਉੱਤੇ ਜਦੋਂ ਅੱਗਾਂ ਜੀ ਲੱਗੀਆਂ ਬਹੁਤ ਮਦਦ ਕੀਤੀ ਸੀਗੀ। ਸੋ ਜੀ ਸਾਨੂੰ ਜਿਹੜਾ ਵੱਧ ਚੜ ਕੇ ਜਿਹੜਾ ਆ ਉਹ ਹਿੱਸਾ ਪਾਉਣਾ ਚਾਹੀਦਾ ਆ। 4th ਜੁਲਾਈ ਵੀ ਆਣੀ ਆ। 4th ਜੁਲਾਈ ਨੂੰ ਬਹੁਤ ਸਾਰੇ ਜਿਹੜੇ ਏਰੀਏ ਆ ਖਾਸ ਕਰਕੇ ਫਰੀਮੌਂਟ 'ਚ ਕਹਿੰਦੇ ਵੀ 10 ਤੋਂ ਲੈ ਕੇ 20,000 ਪਾਣੀ ਦੀਆਂ ਬੋਤਲਾਂ ਜਿਹੜੀਆਂ ਦਿੱਤੀਆਂ ਜਾਂਦੀਆਂ ਉਸ ਪਰੇਡ ਦੇ ਉੱਤੇ, ਤੇ ਉੱਤੇ ਛੋਟਾ ਜਿਹਾ ਸਟicker ਲਾਇਆ ਹੁੰਦਾ BR6। ਹੋਰ ਵੀ ਬਹੁਤ ਜਗ੍ਹਾ ਦੇ ਉੱਤੇ ਜਿਹੜੇ ਆਪਣੇ ਪੰਜਾਬੀ ਭੈਣ ਭਰਾ ਆ ਉਹ ਹਿੱਸਾ ਪਾਉਂਦੇ ਆ। ਸੋ ਜਿੱਥੇ ਜਿੱਥੇ ਵੀ ਪਰੇਡ ਹੁੰਦੀ ਆ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਨੂੰ ਚਾਹੇ ਨਹੀਂ ਵੀ ਕੋਈ ਦਸਤਾਰ ਸਜਾਉਂਦਾ, ਉਸ ਦਿਨ ਦਸਤਾਰ ਸਜਾ ਕੇ ਹਿੱਸਾ ਪਾਉਣਾ ਚਾਹੀਦਾ। ਕਿਸੇ ਤਰ੍ਹਾਂ ਦਾ ਵੀ ਪਾਣੀ ਦੀ ਸੇਵਾ, ਕੋਈ ਡੋਨਟ, ਕੁਛ ਵੀ ਇੱਦਾਂ ਦਾ ਕਰਨਾ ਚਾਹੀਦਾ, ਕਿਉਂਕਿ ਜਿੱਥੇ ਜਿਸ ਕਮਿਊਨਿਟੀ 'ਚ ਰਹਿੰਦੇ, ਜਿਸ ਮੁਲਕ 'ਚ ਰਹਿੰਦੇ, ਜਿਸ ਮੁਲਕ ਦੇ ਆਪਾਂ ਸਿਟੀਜ਼ਨ ਹੈਗੇ ਆ, ਉੱਥੇ ਸਾਨੂੰ ਹਰ ਇੱਕ ਫੰਕਸ਼ਨ ਦੇ ਵਿੱਚ ਜਿਹੜਾ ਆ ਪਾਰਟਿਸਿਪੇਟ ਕਰਨਾ ਚਾਹੀਦਾ। ਬਿਲਕੁਲ ਜੀ। ਸੋ ਇਹ ਸਵੇਰੇ ਕਹਿੰਦੇ ਵੀ ਉੱਥੇ 11 ਵਜੇ ਤੋਂ ਸ਼ਾਮ ਜਿਹੜੇ ਆ ਇਹ 5 ਕੁ ਵਜੇ ਤੱਕ ਇਹ ਪ੍ਰੋਗਰਾਮ ਉੱਥੇ ਚੱਲਣਾ ਆ। ਸੋ ਜ਼ਰੂਰ ਪਹੁੰਚੋ। ਟਾਈਮ ਸਕੁਏਅਰ ਨਿਊਯਾਰਕ ਸਿਟੀ ਦਾ ਇਹ ਕਹਿ ਸਕਦੇ ਵੀ ਸਭ ਤੋਂ ਇੰਪੋਰਟੈਂਟ ਜਾਂ ਗਹਿਮਾ ਗਹਿਮੀ ਵਾਲਾ ਇੱਕ ਚੌਰਾਹਾ ਆ, ਤੇ ਇੱਥੇ ਜਿਹੜਾ ਆ ਟਰਬਨ ਡੇ ਕੱਲ ਨੂੰ ਮਨਾਇਆ ਜਾਣਾ ਆ ਸਵੇਰੇ 11 ਤੋਂ 5 ਵਜੇ ਤੱਕ। ਆਈਡੈਂਟਿਟੀ ਦਾ ਵੀ ਪਤਾ ਲੱਗਦਾ ਆ, ਆਪਣੇ ਬਾਰੇ ਵੀ ਪਤਾ ਲੱਗਦਾ, ਜੋ ਤਸ਼ੱਦਦ ਵੀ ਹੋ ਰਿਹਾ ਆ ਉਹ ਵੀ ਪਤਾ ਲੱਗਦਾ। ਹਾਂ ਨੋ ਡਾਊਟ ਕਈ ਕਹਿਣਗੇ ਵੀ ਨਹੀਂ ਇਹਨੂੰ ਸਿਰਫ ਉੱਥੇ ਤੱਕ ਸੀਮਿਤ ਰੱਖੋ, ਪਰ ਜੇ ਦਸਤਾਰ ਦੀ ਗੱਲ ਆ ਤਾਂ ਉੱਥੇ ਜੋ ਵਾਪਰ ਰਿਹਾ ਆ ਉਹਦੇ ਬਾਰੇ ਦੱਸਣਾ ਵੀ ਜਿਹੜਾ ਉਹ ਨਾਲ ਦੇ ਨਾਲ ਹੀ ਓਨਾ ਹੀ ਜਿਹੜਾ ਉਹ ਜ਼ਰੂਰੀ ਹੋ ਜਾਂਦਾ ਆ। ਆਈਡੈਂਟਿਟੀ ਦੇ ਨਾਲ ਜੋ ਜ਼ੁਲਮ ਹੋ ਰਿਹਾ ਆ, ਜੋ ਧੱਕਾ ਹੋ ਰਿਹਾ ਆ, ਉਸ ਬਾਰੇ ਵੀ ਜ਼ਰੂਰ ਦੱਸਣਾ ਚਾਹੀਦਾ ਆ। ਇੱਕ ਬ੍ਰੇਕ ਤੋਂ ਬਾਅਦ ਹਰਜੋਤ ਸਿੰਘ ਜੀ ਆਪਾਂ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ ਤੇ ਖਬਰਾਂ ਦਾ ਸਿਲਸਿਲਾ ਅਪਡੇਟ ਅਮਰੀਕਾ 'ਚ ਜਾਰੀ ਰਹੇਗਾ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜਿਸ ਤਰ੍ਹਾਂ ਆਪਾਂ ਰਾਜਕਰਮਵੀਰ ਸਿੰਘ ਜੀ ਬ੍ਰੇਕ ਤੋਂ ਪਹਿਲਾਂ ਦੱਸ ਰਹੇ ਸੀ, ਨਿਊਯਾਰਕ ਦੇ ਵਿੱਚ ਟਾਈਮ ਸਕੁਏਅਰ ਦੇ ਵਿੱਚ ਕੱਲ੍ਹ ਨੂੰ ਟਰਬਨ ਡੇ ਦੇ ਸੰਬੰਧ ਦੇ ਵਿੱਚ ਬਹੁਤ ਵੱਡਾ ਫੰਕਸ਼ਨ ਹੋਣ ਜਾ ਰਿਹਾ। ਸੋ ਇੱਕ ਵਾਰੀ ਫਿਰ ਬੇਨਤੀ ਕਰਦੇ ਹਾਂ, ਜਿੰਨੇ ਵੀ ਸਾਡੇ ਸਰੋਤੇ ਨਿਊਯਾਰਕ ਤੇ ਉਸਦੇ ਆਸ-ਪਾਸ ਦੇ ਇਲਾਕਿਆਂ 'ਚ ਰਹਿੰਦੇ ਆ, ਜ਼ਰੂਰ ਉੱਥੇ ਪਹੁੰਚੋ। ਜਿਹੜੀ ਵੀ ਆਰਗੇਨਾਈਜੇਸ਼ਨ ਕਰ ਰਹੀ ਹੈਗੀ ਆ, ਉਹਨਾਂ ਦਾ ਸਾਥ ਦਿਓ, ਕਿਉਂਕਿ ਉਹ ਬਹੁਤ ਵਧੀਆ ਲੋਕੇਸ਼ਨ ਹੈਗੀ ਆ, ਤੇ ਕਿਉਂਕਿ ਉੱਥੇ ਹਜ਼ਾਰਾਂ ਦੇ ਹਿਸਾਬ ਪੂਰੀ ਦੁਨੀਆ 'ਚ ਲੋਕ ਵਿਜ਼ਿਟ ਕਰਨ ਆਉਂਦੇ ਹੈਗੇ ਆ, ਤੇ ਉਹਨਾਂ ਨੇ ਦਸਤਾਰਾਂ ਵੀ ਬੰਨਣੀਆਂ ਹੈਗੀਆਂ। ਤੇ ਦੂਸਰਾ ਇੱਧਰ ਬੇਕਰਸਫੀਲਡ ਤੋਂ ਅਨਾਉਂਸਮੈਂਟ ਭੇਜੀ ਆ ਸਾਨੂੰ ਰਾਜਪਾਲ ਸਿੰਘ ਸੰਧੂ ਉਹਨਾਂ ਨੇ, ਕਿ ਸਿੱਖ ਯੂਥ ਸਿੰਪੋਜ਼ੀਅਮ ਹੋਣ ਜਾ ਰਿਹਾ ਮਈ 11 ਨੂੰ, ਕੱਲ ਯਾਨੀ ਨੂੰ ਕਿ ਕੱਲ੍ਹ ਨੂੰ ਸ਼ਨੀਚਰਵਾਰ ਨੂੰ 9 ਵਜੇ ਗੁਰਦੁਆਰਾ ਸਾਹਿਬ ਗੁਰੂ ਅੰਗਦ ਦਰਬਾਰ, ਜੋ 8100 ਸਟਾਈਨ ਰੋਡ ਬੇਕਰਸਫੀਲਡ ਦੇ ਉੱਤੇ ਹੈਗਾ। ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਪਾਰਟੀਸਪੈਂਟ, ਵਲੰਟੀਅਰਸ, ਜੱਜਸ, ਪੇਰੈਂਟਸ ਸਾਰਿਆਂ ਨੂੰ ਇਨਵਾਈਟ ਕੀਤਾ ਹੈਗਾ। ਸਿੱਖ ਹਿਸਟਰੀ ਦੇ ਸੰਬੰਧ ਦੇ ਵਿੱਚ ਇਹ ਜਿਹੜੇ ਪ੍ਰੋਗਰਾਮ ਹੋਣੇ ਆ ਬੱਚਿਆਂ ਦੇ, ਤੇ ਕੱਲ੍ਹ ਨੂੰ 9 ਵਜੇ। ਸੋ ਗੁਰਦੁਆਰਾ ਗੁਰੂ ਅੰਗਦ ਦਰਬਾਰ ਸਾਹਿਬ ਉੱਥੇ ਜ਼ਰੂਰ ਬੱਚਿਆਂ ਨੂੰ ਲੈ ਕੇ ਪਹੁੰਚੋ। ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਨੋਵਾ ਨੈਸ਼ਨਲ ਓਸ਼ੀਐਨਿਕ ਐਟਮੋਸਫੇਰਿਕ ਐਡਮਿਨਿਸਟ੍ਰੇਸ਼ਨ, ਉਹਨਾਂ ਨੇ ਮੀਡੀਆ ਐਡਵਾਈਜ਼ਰੀ ਜਾਰੀ ਕੀਤੀ ਆ। ਜਿਹੜੀਆਂ ਸੋਲਰ ਸਟੋਰਮ ਆ ਉਹ ਆ ਸਕਦਾ ਆ, ਉਹ ਆ ਰਿਹਾ ਹੈਗਾ ਆ। ਇਹਦੇ ਨਾਲ ਕਹਿੰਦੇ ਵੀ ਕਮਿਊਨੀਕੇਸ਼ਨ ਤੇ ਪਾਵਰ ਦੇ ਉੱਤੇ ਜਿਹੜੀ ਆ ਉਹ ਡਿਸਟਰਪਸ਼ਨ ਹੋ ਸਕਦੀਆਂ ਆ। ਜ਼ਿਆਦਾਤਰ ਨਦਰਨ ਹੈਮੀਸਫੀਅਰ ਦੇ ਵਿੱਚ ਜਿਹੜਾ ਉਹ ਦੇਖਣ ਨੂੰ ਮਿਲਦੀਆਂ, ਜਿੱਦਾਂ ਹਰੇ ਹਰੇ ਰੰਗ ਦੀਆਂ ਲਾਈਟਸ, ਅਰੋਰਾਜ਼ ਜਿਨ੍ਹਾਂ ਨੂੰ ਆਖ ਦਿੱਤਾ ਜਾਂਦਾ ਆ, ਉਹ ਕੈਲੀਫੋਰਨੀਆ ਦੇ ਵੀ ਕਈ ਹਿੱਸਿਆਂ ਤੱਕ ਜਿਹੜੀਆਂ ਉਹ ਦਿਖਣਗੀਆਂ। ਸੋ ਸੂਰਜ ਦੇ ਦੁਆਰਾ ਜਿਹੜੇ ਸੋਲਰ ਫਲੇਅਰਸ ਆ ਉਹ ਧਰਤੀ ਵੱਲ ਨੂੰ ਆ ਰਹੇ ਆ। ਧਰਤੀ ਦੀ ਜਿਹੜੀ ਮੈਗਨੈਟਿਕ ਫੀਲਡ ਆ ਉਹ ਜ਼ਿਆਦਾਤਰ ਇਸ ਤੋਂ ਆਪਣੇ ਆਪ ਨੂੰ ਬਚਾ ਲੈਂਦੀ ਆ, ਵਾਤਾਵਰਣ ਨੂੰ ਬਚਾ ਕੇ ਰੱਖਦੀ ਆ। ਪਰ ਜੇ ਉਹ ਬਹੁਤ ਹੀ ਜ਼ਿਆਦਾ ਸ਼ਕਤੀਸ਼ਾਲੀ ਹੋਣ ਤਾਂ ਕੁਛ ਹਿੱਸਾ ਉਹ ਜਿਹੜੇ ਚਾਰਜਡ ਪਾਰਟੀਕਲਸ ਆ ਉਹ ਐਟਮੋਸਫੇਅਰ ਦੇ ਵਿੱਚ, ਵਾਤਾਵਰਣ ਦੇ ਵਿੱਚ ਪ੍ਰਵੇਸ਼ ਕਰਨ 'ਚ ਕਾਮਯਾਬ ਰਹਿੰਦੇ ਆ। ਸੋ ਕਹਿੰਦੇ ਵੀ ਅਰੋਰਾਜ਼ ਅਲਾਬਾਮਾ ਤੱਕ ਵੀ ਜਿਹੜੇ ਆ ਉਹ ਦਿਖਣਗੇ। ਤੇ ਇਹ ਜਿਹੜਾ ਸੋਲਰ ਫਲੇਅਰਸ ਆ ਇਹਦੇ ਨਾਲ ਪਾਵਰ ਤੇ ਕਮਿਊਨੀਕੇਸ਼ਨ ਦੇ ਉੱਤੇ ਵੀ ਅਸਰ ਪੈਂਦਾ ਆ। ਜਿਹੜੇ ਜਿਹੜੇ ਵੀ ਸੈਟਲਾਈਟਸ ਇਸ ਦੇ ਰਸਤੇ ਦੇ ਵਿੱਚ ਆਉਂਦੇ ਆ, ਉਹਨਾਂ ਦੇ ਕੰਮਕਾਜ ਦੇ ਵਿੱਚ ਵੀ ਵਿਘਨ ਜਿਹੜਾ ਉਹ ਪੈ ਸਕਦਾ ਆ। ਸੋ ਅੱਜ ਤੇ ਕੱਲ੍ਹ ਦੇ ਦਰਮਿਆਨ, ਅੱਜ ਦੀ ਰਾਤ ਤੇ ਕੱਲ੍ਹ ਦੀ ਜਿਹੜੀ ਦਿਨ ਆ, ਇਸ ਦੀ ਜਿਹੜੀ ਦਰਮਿਆਨੀ ਰਾਤ ਦੇ ਵਿੱਚ ਇਹ ਸਭ ਤੋਂ ਜ਼ਿਆਦਾ ਜਿਹੜਾ ਉਹ ਅਸਰ ਦੇਖਿਆ ਜਾ ਸਕਦਾ ਹੈ। ਨੋਵਾ ਦੇ ਜਿਹੜੇ ਸਪੇਸ ਵੈਦਰ ਪ੍ਰੈਡਿਕਸ਼ਨ ਸੈਂਟਰ ਆ, ਇਹ ਨੈਸ਼ਨਲ ਵੈਦਰ ਸਰਵਿਸ ਦੀ ਇੱਕ ਡਿਵੀਜ਼ਨ ਆ, ਉਹ ਸਨ ਨੂੰ ਮੋਨੀਟਰ ਕਰ ਰਹੇ ਸੀ ਉਹਨਾਂ ਦੀਆਂ ਸੋਲਰ ਫਲੇਅਰਸ ਨੂੰ, ਜਿਸ ਦੌਰਾਨ ਉਹਨਾਂ ਨੇ ਕੋਰੋਨਲ ਮਾਸ ਇਜੈਕਸ਼ਨਸ ਜਿਹੜੀਆਂ ਉਹ ਦੇਖੀਆਂ 8 ਮਈ ਨੂੰ, ਜੋ ਕਿ ਪਹੁੰਚਣ ਵਾਲੀਆਂ ਆ ਧਰਤੀ ਤੱਕ ਤੇ ਇੱਥੇ ਜੀਵਨ ਨੂੰ ਪ੍ਰਭਾਵਿਤ ਕਰ ਸਕਦੀਆਂ ਆ। ਅਗਲੀ ਖਬਰ 'ਤੇ ਚੱਲੀਏ। ਜਿਸ ਤਰ੍ਹਾਂ ਪਹਿਲਾਂ ਆਪਾਂ ਪਹਿਲੇ ਸੈਸ਼ਨ ਦੇ ਵਿੱਚ ਇਜ਼ਰਾਈਲ ਤੇ ਪੈਲਸਤੀਨ ਨੂੰ ਲੈ ਕੇ ਗੱਲਬਾਤ ਕਰਦੇ ਸੀ, ਹੁਣ ਲੇਟੈਸਟ ਖਬਰ ਇਹ ਆ ਰਹੀ ਹੈ ਵੀ ਯੂਐਨ ਦੀ ਜਨਰਲ ਅਸੈਂਬਲੀ ਬੈਕ ਕਰ ਰਹੀ ਹੈ ਵੀ ਪੈਲਸਤੀਨ ਨੂੰ ਮੈਂਬਰਸ਼ਿਪ ਦਿੱਤੀ ਜਾਵੇ, ਉਹਨਾਂ ਨੂੰ ਜੁਆਇਨ ਕੀਤਾ ਜਾਵੇ। 193 ਮੈਂਬਰ ਜਨਰਲ ਅਸੈਂਬਲੀ ਦੇ ਵਿੱਚ ਜਿਹੜੀ ਸਪੋਰਟ ਆ, ਉਹ ਮੈਜੋਰਟੀ ਦੇ ਵਿੱਚ 143 ਜਿਹੜੇ ਮੁਲਕ ਆ ਉਹਨਾਂ ਨੇ ਹੱਕ ਦੇ ਵਿੱਚ ਵੋਟ ਪਾਈ ਆ, 9 ਨੇ ਅਗੇਂਸਟ ਪਾਈ, ਜਿਨ੍ਹਾਂ ਦੇ ਵਿੱਚ ਅਮਰੀਕਾ ਤੇ ਇਜ਼ਰਾਈਲ ਆ। 25 ਮੁਲਕ ਜਿਹੜੇ ਆ ਉਹ ਗੈਰ ਹਾਜ਼ਰ ਰਹੇ ਆ ਇਸ ਵੋਟਿੰਗ ਦੇ ਦੌਰਾਨ। ਇਹ ਜਿਹੜਾ ਰੈਜ਼ੋਲੂਸ਼ਨ ਆ ਇਹ ਡਿਟਰਮਨ ਕਰਦਾ ਸਟੇਟ ਆਫ ਪੈਲਸਤੀਨ, ਵੀ ਇਸ ਨੂੰ ਐਡਮਿਟ ਕੀਤਾ ਜਾਵੇ ਐਜ਼ ਏ ਮੈਂਬਰਸ਼ਿਪ, ਜਿਹੜਾ ਉਹ ਇਸ ਆਰਗੇਨਾਈਜੇਸ਼ਨ ਦੇ ਵਿੱਚ ਤੇ ਸਿਕਿਉਰਿਟੀ ਕੌਂਸਲ ਦੇ ਵਿੱਚ। ਇਹਦੇ ਨਾਲ ਕਹਿੰਦੇ ਵੀ ਉਹਨਾਂ ਕੋਲ ਜਿੱਦਾਂ ਫੁੱਲ ਮੈਂਬਰਸ਼ਿਪ ਤਾਂ ਨਹੀਂ ਹੋਊਗੀ, ਪਰ ਐਟਲੀਸਟ ਉਹਨਾਂ ਨੂੰ ਰਿਕੋਗਨਾਈਜ਼ ਜ਼ਰੂਰ ਕੀਤਾ ਜਾਊਗਾ। ਯੂਐਨ ਦੇ ਐਂਬੈਸਡਰ ਰਿਆਦ ਮਨਸੂਰ, ਉਹਨਾਂ ਨੇ ਇਹ ਕਿਹਾ ਵੀ ਸਾਨੂੰ ਸ਼ਾਂਤੀ ਚਾਹੀਦੀ ਆ ਤੇ ਸਾਨੂੰ ਆਜ਼ਾਦੀ ਚਾਹੀਦੀ ਆ। ਕਹਿੰਦੇ ਵੀ ਵਾਂਟ ਪੀਸ, ਵੀ ਵਾਂਟ ਫਰੀडम। ਤੇ ਜੈਸ ਵੋਟ ਜਿਹੜੀ ਆ ਪੈਲਸਤੀਨੀਅਨ ਐਗਜ਼ਿਸਟਿੰਗ ਦੇ ਲਈ ਹੈਗੀ ਆ, ਤੇ ਜਿਹੜੀ ਨੋ ਹੈਗੀ ਆ ਉਹ ਇੱਕ ਤਰ੍ਹਾਂ ਨਾਲ ਤੁਸੀਂ ਜ਼ਾਲਮ ਦਾ ਸਾਥ ਦੇ ਰਹੇ ਹੈਗੇ ਆ। ਸੋ ਇਹ ਯੂਨਾਈਟਿਡ ਨੇਸ਼ਨ ਦੇ ਵਿੱਚ ਅੱਜ ਜਿਹੜੀ ਵੋਟਿੰਗ ਹੋਈ ਆ, ਪੈਲਸਤੀਨ ਨੂੰ ਉਹਨਾਂ ਨੇ ਆਪਣੇ ਅੰਡਰ ਜਿਹੜੀ ਮੈਂਬਰਸ਼ਿਪ ਦੇਣ ਦੀ, ਸੋ ਇਹ ਕਾਫੀ ਵੱਡੀ ਗਿਣਤੀ ਦੇ ਵਿੱਚ ਪਾਸ ਹੋਇਆ ਹੈਗਾ।
ਜੀ, ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਕਹਿੰਦੇ ਜਰਮਨੀ ਤੇ ਯੂਐਸ ਦੇ ਦਰਮਿਆਨ ਜਿਹੜੀ ਟ੍ਰੇਡਿੰਗ ਆ, ਉਹ ਕਾਫੀ ਜ਼ਿਆਦਾ ਵਧੀ ਆ। ਇਵੈਂਚੁਅਲੀ ਕਹਿੰਦੇ ਜਰਮਨੀ ਦਾ ਹੁਣ ਜਿਹੜਾ ਬਿਗੇਸਟ ਟ੍ਰੇਡਿੰਗ ਪਾਰਟਨਰ ਆ, ਉਹ ਯੂਐਸ ਬਣ ਚੁੱਕਾ ਆ। ਚਾਈਨਾ ਨੂੰ ਉਹਨਾਂ ਨੇ ਪਛਾੜ ਦਿੱਤਾ ਆ। ਪਿਛਲੇ ਕਈ ਸਾਲਾਂ ਤੋਂ ਚਾਈਨਾ ਹੀ ਯੂਐਸ ਦਾ ਮੇਨ ਟ੍ਰੇਡਿੰਗ ਪਾਰਟਨਰ ਸੀਗਾ, ਪਰ ਕਹਿੰਦੇ ਵੀ ਯੂਐਸ ਨੇ ਹੌਲੀ-ਹੌਲੀ ਚਾਈਨਾ ਨੂੰ ਇਸ ਦੇ ਵਿੱਚ ਪਛਾੜ ਦਿੱਤਾ ਆ। ਯੂਐਸ ਨੇ ਕੁੱਲ 63 ਬਿਲੀਅਨ ਯੂਰੋ ਯਾਨੀ ਕਿ 68 ਬਿਲੀਅਨ ਡਾਲਰ ਦਾ ਐਕਸਪੋਰਟ ਇੰਪੋਰਟ ਕੀਤਾ ਹੈ ਜਨਵਰੀ ਤੇ ਜਿਹੜੀ ਆ ਉਹ ਮਾਰਚ ਦੇ ਵਿੱਚ ਦਰਮਿਆਨ ਇਸ ਦੇ ਵਿੱਚ, ਜਦ ਕਿ ਚਾਈਨਾ ਦੇ ਨਾਲ ਇਹ 60 ਬਿਲੀਅਨ ਯੂਰੋ ਤੱਕ ਹੀ ਜਿਹੜੇ ਉਹ ਰਹੇ ਆ। ਜਰਮਨੀ ਨੇ ਕਹਿੰਦੇ ਵੀ ਅਡੈਪਟ ਕਰ ਲਈ ਹੈ ਚਾਈਨਾ ਦੀ ਆਪਣੀ ਹੀ ਜਿਹੜੀ ਉਹ ਸਟ੍ਰੈਟਜੀ, ਤੇ ਆਪਣੀਆਂ ਕੰਪਨੀਆਂ ਨੂੰ ਉਹ ਅਰਜ ਕਰ ਰਹੇ ਆ ਵੀ ਡੀ ਰਿਸਕ ਜਿਹੜਾ ਉਹ ਕਰਨ ਪਿਛਲੇ ਸਾਲ ਦੇ ਮੁਕਾਬਲੇ। ਸੋ ਅਮਰੀਕਾ ਦਾ ਜਿਹੜਾ ਐਕਸਪੋਰਟ ਇੰਪੋਰਟ ਆ, ਉਹ ਹੁਣ ਜਰਮਨੀ ਦੇ ਨਾਲ ਟੌਪ ਦੇ ਉੱਤੇ ਉਹਨਾਂ ਦੇ ਹਿਸਾਬ ਦੇ ਨਾਲ ਪਹੁੰਚ ਚੁੱਕਾ ਹੈ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਇਮੀਗ੍ਰੇਸ਼ਨ ਮਸਲੇ ਨੂੰ ਲੈ ਕੇ ਹੈਗੀ ਆ। ਆਪਾਂ ਹਰ ਰੋਜ਼ ਤੁਹਾਡੇ ਨਾਲ ਡਿਸਕਸ ਕਰਦੇ ਰਹਿੰਦੇ ਆ ਵੀ ਇੱਕ ਬਹੁਤ ਵੱਡਾ ਮੁੱਦਾ ਬਣਿਆ ਹੋਇਆ ਹੈ ਇਸ ਵੇਲੇ ਇਲੀਗਲ ਬਾਰਡਰ ਕ੍ਰਾਸਿੰਗ ਨੂੰ ਲੈ ਕੇ, ਤੇ ਜਿਹੜਾ ਲੀਗਲ ਇਮੀਗ੍ਰੇਸ਼ਨ ਆ ਉਹਦੇ ਉੱਤੇ ਜਿਹੜਾ ਇੱਕ ਤਰ੍ਹਾਂ ਦੇ ਨਾਲ ਡਿਲੇ ਆ, ਸਟਾਪ ਹੈਗਾ। ਅੱਜ ਦਾ ਹਿਲ ਮੈਗਜ਼ੀਨ ਜਿਹੜਾ ਆ ਉਹਨਾਂ ਨੇ ਬਹੁਤ ਵੱਡੀ ਰਿਪੋਰਟ ਛਾਪੀ ਆ ਵੀ ਜਿਹੜਾ ਅਮਰੀਕਾ ਆ ਉਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਟੇਲੈਂਟਡ ਫੋਰਨ ਵਰਕਰਸ ਆ, ਉਹਨਾਂ ਨੂੰ ਜਿਹੜਾ ਇਗਨੋਰ ਕਰ ਰਿਹਾ ਤੇ ਉਹ ਵਾਪਸ ਆਪਣੇ ਮੁਲਕਾਂ ਨੂੰ ਜਾ ਰਹੇ ਹੈਗੇ ਆ। ਇਹ ਉਹਨਾਂ ਨੇ H1B ਵੀਜ਼ੇ ਦੀ ਜਿਹੜੀ ਲੋਟਰੀ ਆ ਉਹਨੂੰ ਲੈ ਕੇ ਦੱਸਿਆ ਵੀ ਕਿਸ ਤਰ੍ਹਾਂ ਲਗਭਗ ਪੌਣੇ 5 ਲੱਖ ਦੇ ਕਰੀਬ ਲੋਕਾਂ ਨੇ ਅਪਲਾਈ ਕੀਤਾ ਸੀ H1B ਵੀਜ਼ਾ, ਜਿਨ੍ਹਾਂ 'ਚ ਬਹੁਤ ਸਾਰੇ ਲੋਕਾਂ ਨੇ ਮਾਸਟਰਸ ਲੈਵਲ ਦੀ ਜਿਹੜੀ ਡਿਗਰੀ ਆ ਉਹ ਅਮਰੀਕਾ ਦੀਆਂ ਯੂਨੀਵਰਸਿਟੀਜ਼ ਤੋਂ ਕੀਤੀ ਸੀ। ਉਹ ਉਸ ਲੋਟੋ ਦੇ ਵਿੱਚ ਪਿਕ ਨਹੀਂ ਹੋਏ ਹੈਗੇ। ਸੋ ਉਹ ਲੋਕ ਕਹਿੰਦੇ ਵੀ ਹਾਈਲੀ ਕੁਆਲੀਫਾਈਡ ਜਿਹੜੇ ਯੰਗ ਲੋਕ ਹੈਗੇ ਆ, ਉਹ ਆਪਣੇ ਬੈਗ ਪੈਕ ਕਰਕੇ ਵਾਪਸ ਆਪਣੇ ਮੁਲਕਾਂ ਨੂੰ ਜਾ ਰਹੇ ਹੈਗੇ ਆ, ਕਿਉਂਕਿ ਹਰ ਸਾਲ ਇਹ 70,000 ਦੇ ਕਰੀਬ ਜਿਹੜੇ ਲੋਕ ਆ ਉਹਨਾਂ ਨੂੰ ਲੋਟਰੀ 'ਚ ਰੱਖਦੇ ਆ। ਕਹਿੰਦੇ ਵੀ 83% ਜਿਹੜੇ ਕੰਪਿਊਟਰ ਸਾਇੰਸ ਪੀਐਚਡੀ ਯੂਐਸਏ ਦੇ ਵਿੱਚ ਆ, ਉਹ ਫੋਰਨ ਬੋਰਨ ਹੈਗੇ ਆ। ਯੂਜੂਅਲੀ ਉਹ ਬਾਹਰਲੇ ਮੁਲਕਾਂ 'ਚ ਜੰਮੇ ਹੋਏ ਆ ਤੇ ਇੱਥੇ ਜਿਹੜੇ ਆ ਉਹ ਪੀਐਚਡੀ ਕਰਨ ਆਏ ਹੈਗੇ ਆ। 2016 ਤੋਂ ਲੈ ਕੇ 2019 ਤਾਈਂ ਕਹਿੰਦੇ ਵੀ ਜਿਹੜੇ ਇੰਡੀਅਨ ਸਟੂਡੈਂਟਸ ਆ, ਉਹ ਲਗਭਗ 38% ਦੇ ਕਰੀਬ ਸਟੈਮ ਦੇ ਵਿੱਚ ਹੈਗੇ ਆ, ਜਿਹੜੇ ਮਾਸਟਰਸ ਡਿਗਰੀ ਕਰਦੇ ਹੈਗੇ ਆ। ਸੋ ਬਹੁਤ ਵੱਡੀ ਗਿਣਤੀ ਦੇ ਵਿੱਚ ਜੋ ਲੋਕ ਆ ਉਹ ਇੰਡੀਆ ਤੋਂ, ਚਾਈਨਾ ਤੋਂ ਸਟੈਮ ਦੇ ਅੰਡਰ ਆਉਂਦੇ ਹੈਗੇ ਆ। ਸੋ ਜਦੋਂ ਇਹ ਪਿਕ ਨਹੀਂ ਹੁੰਦੇ ਹੈਗੇ ਤੇ ਉਹ ਫਿਰ ਜਾਂ ਤਾਂ ਕੈਨੇਡਾ ਜਾਂ ਹੋਰ ਮੁਲਕਾਂ ਵੱਲ ਦੇਖਦੇ ਹੈਗੇ ਆ। ਸੋ ਇੱਕ ਤਰ੍ਹਾਂ ਦੇ ਨਾਲ ਜਿਹੜਾ ਬ੍ਰੇਨ ਆ, ਉਸ ਨੂੰ ਅਮਰੀਕਾ ਵਾਲੇ ਰੱਖਣ 'ਚ ਕਾਮਯਾਬ ਨਹੀਂ ਹੋ ਰਹੇ। ਇਹ ਇੱਕ ਬਹੁਤ ਵੱਡਾ ਮੁੱਦਾ ਹੈਗਾ ਆ। ਪ੍ਰੈਜ਼ੀਡੈਂਟ ਟਰੰਪ ਵੇਲੇ ਵੀ ਇੱਕ ਵੇਵ ਉਸ ਟਾਈਮ ਚੱਲੀ ਸੀ। ਉਹ ਕਹਿੰਦਾ ਵੀ ਮੈਂ ਇਮੀਗ੍ਰੇਸ਼ਨ ਦੇ ਉਲਟ ਨਹੀਂ, ਪਰ ਪੁਆਇੰਟ ਬੇਸ ਸਿਸਟਮ ਹੋਣਾ ਚਾਹੀਦਾ, ਜਿੱਦਾਂ ਕੈਨੇਡਾ ਜਾਂ ਆਸਟ੍ਰੇਲੀਆ ਜਾਂ ਹੋਰ ਮੁਲਕਾਂ ਦੇ ਵਿੱਚ ਹੈਗਾ ਆ। ਪਰ H1B ਲੋਟਰੀ ਸਿਸਟਮ ਜਿਹੜਾ ਕਹਿੰਦੇ ਵੀ ਬੜਾ ਸਟ੍ਰੈਸਫੁਲ ਆ। ਖਾਸ ਕਰਕੇ ਸਟੂਡੈਂਟਸ ਨੂੰ ਜਿਹੜੇ ਇੱਥੇ ਗ੍ਰੈਜੂਏਟ ਡਿਗਰੀ ਕਰਨ ਆਉਂਦੇ ਆ, ਪਿਕ ਨਹੀਂ ਹੁੰਦੇ, ਉਹਨਾਂ ਨੂੰ ਫਿਰ OPT ਜਾਂ ਹੋਰ ਚੀਜ਼ਾਂ 2-3 ਸਾਲ ਵੇਟ ਕਰਨਾ ਪੈਂਦਾ। ਉਹ ਤੋਂ ਬਾਅਦ ਫੇਰ ਨਹੀਂ ਹੁੰਦੇ, ਫੇਰ ਉਹ ਹੋਰ ਮਾਸਟਰਸ ਡਿਗਰੀ ਕਰਦੇ ਆ। ਸੋ ਉਹਨਾਂ ਨੂੰ ਕਾਫੀ ਮਹਿੰਗਾ ਵੀ ਪੈਂਦਾ ਹੈਗਾ। ਤੇ ਇਹ ਇੱਕ ਬਹੁਤ ਵੱਡਾ ਜਿਹੜਾ ਇਸ਼ੂ ਆ ਉਹ ਬਣਦਾ ਜਾ ਰਿਹਾ ਵੀ ਅਮਰੀਕਾ ਵਾਲੇ ਜਿਹੜੇ ਇੰਨੇ ਪੜ੍ਹੇ ਲਿਖੇ ਲੋਕ ਆ, ਉਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਇੱਥੇ ਪਰਮਾਨੈਂਟ ਰੱਖਣ। ਜੀ, ਬਿਲਕੁਲ। ਇੱਕ ਹੋਰ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਕੁਛ ਇਕੋਨਮੀ ਦੀਆਂ ਗੱਲਾਂ ਜਿਹੜੀਆਂ ਉਹ ਲੈ ਕੇ ਆਪਾਂ ਹਾਜ਼ਰ ਹੁੰਦੇ ਹਾਂ। ਕਿੱਧਰ ਨੂੰ ਜਾ ਰਹੀ ਹੈ ਇਕੋਨਮੀ, ਕੀ ਕਹਿ ਰਹੇ ਨੇ ਅਰਥ ਸ਼ਾਸਤਰੀ, ਤੇ ਕੀ ਇਹਦੇ ਵਿੱਚ ਹੋ ਸਕਦਾ ਹੈ। ਮਿਲਦੇ ਹਾਂ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਅਖੀਰਲੇ ਹਿੱਸੇ ਦੇ ਵਿੱਚ ਪਹੁੰਚੇ ਹਾਂ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਖਬਰ ਦੇ ਵੱਲ ਇਕਨੋਮੀ ਦੀ ਵੱਲ ਵਧਣ ਤੋਂ ਪਹਿਲਾਂ ਦੱਸਦੇ ਜਾਈਏ, ਪੰਜਾਬੀ ਰੇਡੀਓ USA ਦੇ ਜਿਹੜੇ ਰੈਫਲ ਡਰਾ ਆ ਉਹ ਚੱਲ ਰਹੇ ਆ। ਇਸ ਵਾਰ ਜਿਹੜੇ ਹੁਣ ਅਗਲੇ ਵੀਰਵਾਰ ਨੂੰ ਰੈਫਲ ਡਰਾ ਨਿਕਲਦਾ ਉਹ ਬੇਕਰਸਫੀਲਡ ਦੇ ਵਿੱਚ ਰਹਿਣ ਵਾਲੇ ਜਿੰਨੇ ਵੀ ਲੋਕ ਆ ਉਹਨਾਂ ਦੇ ਲਈ ਆ। ਬੇਕਰਸਫੀਲਡ ਰੇਡੀਓ ਸਟੇਸ਼ਨ ਨੂੰ ਸੁਣਨ ਵਾਲੇ 1350 AM ਨੂੰ ਜੇ ਤੁਸੀਂ ਉੱਥੇ ਸੁਣਦੇ ਹੋ ਜਾਂ 107.5 FM ਨੂੰ ਬੇਕਰਸਫੀਲਡ ਦੀਆਂ ਉਸ ਦੇ ਇਰਦ ਗਿਰਦ ਇਲਾਕਿਆਂ ਦੇ ਵਿੱਚ ਸੁਣਦੇ ਆ ਤਾਂ ਫ੍ਰੀ ਰੈਫਲ ਡਰਾ ਦੇ ਵਿੱਚ ਤੁਸੀਂ ਐਂਟਰੀ ਕਰਵਾ ਸਕਦੇ ਆ ਤੇ ਤੁਹਾਡਾ ਜਿਹੜਾ ਰੈਫਲ ਡਰਾ ਨਿਕਲ ਸਕਦਾ ਆ। ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ 408 272 5200 408 272 5200 ਦੇ ਉੱਤੇ ਕਾਲ ਕਰਕੇ ਤੁਸੀਂ ਇਸ ਰੈਫਲ ਡਰਾ ਦੇ ਵਿੱਚ ਹਿੱਸਾ ਜਿਹੜਾ ਉਹ ਲੈ ਸਕਦੇ ਆ। ਬੇਕਰਸਫੀਲਡ ਇਲਾਕੇ ਦੇ ਜਿੱਥੇ ਜਿੱਥੇ ਵੀ ਤੁਸੀਂ ਰੇਡੀਓ ਸਟੇਸ਼ਨ ਨੂੰ ਸੁਣ ਰਹੇ ਹੋ 1350 AM ਤੇ 107.5 FM ਨੂੰ। ਜੀ ਆਪਾਂ ਇਕਨੋਮੀ ਦੀ ਗੱਲਬਾਤ ਕੀਤੀ ਸੀ, ਕੁਝ ਕਮੈਂਟ ਕਰਾਂਗੇ। ਸਭ ਤੋਂ ਇੰਪੋਰਟੈਂਟ ਇਸ਼ੂ ਵੌਇਸ ਆਫ ਅਮਰੀਕਾ ਨੇ ਵੀ ਕਿਹਾ, ਬਹੁਤ ਸਾਰੇ ਜਿਹੜੇ ਲੋਕ ਆ ਜਿਸ ਤਰ੍ਹਾਂ ਆਪਾਂ ਡਿਸਕਸ ਕਰਦੇ ਹਾਂ ਇਸ ਸਾਲ ਦੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਵਿੱਚ ਨੰਬਰ 1 ਇਸ਼ੂ ਇਸ ਟਾਈਮ ਇਕਨੋਮੀ ਆ, ਨੰਬਰ 2 ਇਮੀਗ੍ਰੇਸ਼ਨ ਆ, ਨੰਬਰ 3 ਦੇ ਉੱਤੇ ਜਿਹੜਾ ਆ ਦੁਨੀਆ ਦੇ ਵਿੱਚ ਜਿਹੜੀ ਜੰਗਾਂ ਲੱਗੀਆਂ ਚਾਹੇ ਉਹ ਯੂਕਰੇਨ ਜੀਓਪੋਲਿਟਿਕਸ ਚਾਹੇ ਉਹ ਇਜ਼ਰਾਈਲ ਚਾਹੇ ਉਹ ਚਾਈਨਾ ਨੂੰ ਲੈ ਕੇ ਹੈਗੀ ਆ ਜਾਂ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਲੈ ਕੇ ਆ ਵੀ ਜਿਹੜੇ ਮੁਲਕ ਇੰਟਰਫੇਅਰ ਕਰ ਰਹੇ ਆ। ਸੋ ਇਹ 3 ਮੇਨ ਮੁੱਦੇ ਇਸ ਵਾਰ ਇਲੈਕਸ਼ਨ 'ਚ ਹੈਗੇ ਆ
ਯੂਐਸ ਦੀ ਇਕੋਨਮੀ ਕਹਿੰਦੇ ਵਨ ਆਫ ਦਾ ਬਿਗੇਸਟ ਇਸ਼ੂ ਵੋਟਰਸ ਦੇ ਲਈ ਆ 2024 ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟਸ ਦੇ ਵਿੱਚ, ਜਿਹੜੇ ਕਿ ਆਪਾਂ ਨੂੰ ਪਤਾ ਹੀ ਆ ਰਾਈਟ ਨਾਓ ਪ੍ਰੈਜ਼ੀਡੈਂਟ ਜੋ ਬਾਈਡਨ ਤੇ ਸਾਬਕਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਹੈਗੇ ਆ। ਬਾਈਡਨ ਹੋਣਾ ਨੇ ਕੈਂਪੇਨ ਕੀਤਾ ਇਸ ਹਫ਼ਤੇ ਨਿਊ ਟੈਕ ਇਨਵੈਸਟਮੈਂਟਸ ਦੇ ਉੱਤੇ। ਟਰੰਪ ਹੁਣੀ ਇਹ ਕਹਿੰਦੇ ਆ ਵੀ ਮੈਂ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਦਾ ਇਨਫਰਾਸਟ੍ਰਕਚਰ ਸਪੈਂਡਿੰਗ ਆ ਉਹਨੂੰ ਰੋਲ ਬੈਕ ਕਰੂੰਗਾ ਤੇ ਆਇਲ ਦੀ ਜਿਹੜੀ ਡ੍ਰਿਲਿੰਗ ਆ ਉਸ ਨੂੰ ਵਧਾਊਂਗਾ। ਜੀ, ਬਿਲਕੁਲ। ਉਧਰ CNBC ਅੱਜ ਰਿਪੋਰਟ ਕਰ ਰਿਹਾ ਵੀ ਜਿਹੜਾ ਕੰਜ਼ਿਊਮਰ ਖਪਤਕਾਰ ਦਾ ਜਿਹੜਾ ਸੈਂਟੀਮੈਂਟ ਆ, ਜੋ ਉਹ ਸੋਚ ਰਿਹਾ ਆ, ਉਹ ਲਗਾਤਾਰ ਥੱਲੇ ਨੂੰ ਜਾਂਦਾ ਜਾ ਰਿਹਾ ਆ। ਇਨਫਲੇਸ਼ਨ ਤਾਂ ਨੂੰ ਤੇ ਇਹ ਜਿਹੜਾ ਭਰੋਸਾ ਆ ਕੰਜ਼ਿਊਮਰ ਦਾ ਇਕੋਨਮੀ ਦੇ ਵਿੱਚ, ਉਹ ਟੰਬਲ ਡਾਊਨ ਹੋ ਰਿਹਾ ਹੈ। ਯੂਨੀਵਰਸਿਟੀ ਆਫ ਮਿਸ਼ੀਗਨ ਦਾ ਸਰਵੇ ਆਫ ਕੰਜ਼ਿਊਮਰ ਸੈਂਟੀਮੈਂਟ ਇੰਡੈਕਸ ਜਿਹੜਾ ਮਈ ਮਹੀਨੇ ਦੇ ਵਿੱਚ ਆਇਆ, ਉਹਦੀ ਇਨੀਸ਼ੀਅਲ ਰੀਡਿੰਗ 67.4 ਆਈ ਆ, ਜੋ ਕਿ ਅਪ੍ਰੈਲ ਮਹੀਨੇ ਦੇ ਵਿੱਚ 77.2 ਤੋਂ ਘਟ ਕੇ 67.4 ਦੇ ਉੱਤੇ ਆਈ ਆ। ਜਿਹੜੇ ਡਾਓ ਜੋਨ ਵਾਲੇ ਆ, ਉਹ ਉਮੀਦ ਜਿਹੜੀ ਉਹ ਲਾ ਰਹੇ ਸੀ 76 ਦੀ, ਪਰ ਓਵਰਆਲ 12.5 13% ਦੀ ਜਿਹੜੀ ਇੱਕ ਮਹੀਨੇ ਦੇ ਵਿੱਚ ਗਿਰਾਵਟ ਦਰਜ ਹੋਈ ਆ। 1 ਈਅਰ ਇਨਫਲੇਸ਼ਨ ਆਊਟਲੁੱਕ ਹੁਣ 3.5% ਜਿਹੜੀ ਉਹ ਵੱਧ ਗਈ ਆ, ਉਸਨੇ ਛਾਲ ਮਾਰੀ ਆ। ਨਵੰਬਰ 2023 ਤੋਂ ਬਾਅਦ ਦੇ ਵਿੱਚ ਹੁਣ ਇੱਕ ਵਾਰੀ ਫੇਰ ਇਹ ਇਸ ਟਾਈਮ ਉੱਚੇ ਲੈਵਲ ਦੇ ਉੱਤੇ ਚੱਲ ਰਹੀ ਹੈਗੀ ਆ। ਇਨਫਲੇਸ਼ਨ ਘਟਣ ਦਾ ਨਾਮ ਨਹੀਂ ਲੈ ਰਹੀ। ਫੈਡ ਇੰਟਰਸਟ ਰੇਟ ਨਾ ਉਹ ਵਧਾ ਰਿਹਾ ਨਾ ਉਹ ਘਟਾ ਰਿਹਾ, ਤੇ ਪਰ ਇਨਫਲੇਸ਼ਨ ਜਿਹੜੀ ਉਹ ਕੰਟਰੋਲ 'ਚ ਨਹੀਂ ਆ ਰਹੀ ਹੈਗੀ। ਸੋ 1 ਈਅਰ ਆਊਟਲੁੱਕ ਦਾ ਵਧਣਾ, ਲੋਕਾਂ ਦਾ ਕੰਜ਼ਿਊਮਰ ਸੈਂਟੀਮੈਂਟ ਜਿਹੜਾ ਉਹ ਥੱਲੇ ਨੂੰ ਜਾਣਾ, ਇਹ ਬਹੁਤੀ ਕੋਈ ਚੰਗੀ ਗੱਲ ਨਹੀਂ ਹੈਗੀ। ਅਮਰੀਕਨਸ ਕਹਿੰਦੇ ਵੀ ਇਸ ਟਾਈਮ US ਦੀ ਇਕੋਨਮੀ ਨੂੰ ਲੈ ਕੇ ਮਾੜਾ ਫੀਲ ਕਰ ਰਹੇ ਆ। ਦੇ ਆਰ ਫੀਲਿੰਗ ਵਰਸ, ਜਿੱਦਾਂ ਜਿੱਦਾਂ ਇਨਫਲੇਸ਼ਨ ਦੇ ਕੰਸਰਨ ਜਿਹੜੇ ਆ ਉਹ ਵੱਧ ਰਹੇ ਹੈਗੇ ਆ। ਸੋ ਕੰਜ਼ਿਊਮਰ ਸੈਂਟੀਮੈਂਟ ਇੱਕ ਟਾਈਮ ਦੇ ਉੱਤੇ ਮਈ ਮਹੀਨੇ ਦੇ ਵਿੱਚ ਸੋਰ ਹੋਇਆ ਸੀ ਪਹਿਲਾਂ, ਪਰ ਹੁਣ ਫੇਰ ਥੱਲੇ ਨੂੰ ਜਿਹੜਾ ਆ ਪਿਛਲੇ ਸਾਲ ਜਿਹੜਾ ਹੋਇਆ ਸੀ, ਫਿਰ ਥੱਲੇ ਚਲਾ ਗਿਆ। ਜਿਹੜਾ ਕੋਰ ਪਰਸਨਲ ਕੰਜ਼ੰਪਸ਼ਨ ਐਕਸਪੈਂਡੀਚਰ PCE ਇੰਡੈਕਸ ਆ, ਪਹਿਲੇ 3 ਮਹੀਨਿਆਂ ਦੇ ਵਿੱਚ, ਜਿਹਦੇ ਵਿੱਚ ਕਹਿੰਦੇ ਵੀ ਫੂਡ ਐਨਰਜੀ ਦੇ ਜਿਹੜੇ ਕਾਸਟ ਆ ਉਹ ਸਟ੍ਰਿਪ ਕੀਤੇ ਜਾਂਦੇ ਆ, ਜਿਸ ਨੂੰ ਬਹੁਤ ਕਲੋਜ਼ਲੀ ਵਾਚ ਕਰਦੇ ਆ ਫੈਡ, ਉਹ ਵੀ ਵੱਧ ਕੇ ਹੁਣ 4.4% ਦੇ ਉੱਤੇ ਹੋ ਗਿਆ ਆ। ਫੈਡ ਇਸ ਨੂੰ 2% ਦੇ ਉੱਤੇ ਲੈ ਕੇ ਜਾਣਾ ਚਾਹੁੰਦੇ ਆ, ਤੇ ਲੱਗਦਾ ਨਹੀਂ ਵੀ ਇਸ ਟਾਈਮ ਇਨਫਲੇਸ਼ਨ ਆ ਉਹ ਘਟ ਰਹੀ ਆ। ਇਨਫਲੇਸ਼ਨ ਇਨਫੈਕਟ ਸਟਿਕ ਕਰ ਰਹੀ ਆ, ਤੇ ਫਿਰ ਜਿਹੜੀ ਪ੍ਰਾਈਸਿਸ ਆ ਉਹ ਤਾਂ ਨੂੰ ਹੀ ਜਿਹੜੀਆਂ ਉਹ ਲਗਾਤਾਰ ਰਹਿ ਰਹੀਆਂ ਹੈਗੀਆਂ ਆ। ਜੀ ਬਿਲਕੁਲ, ਜੇ ਇਸ ਹਫ਼ਤੇ ਦੇ ਜਿਹੜੇ ਅਨਪਲੋਇਮੈਂਟ ਸਰਜ ਹੋਈ ਹੈਗੀ ਆ, ਉਹਦੇ 'ਚ ਲੱਗ ਤਾਂ ਰਿਹਾ ਵੀ ਕਹਿੰਦੇ ਵੀ ਜਿਹੜੀ ਇਕੋਨਮੀ ਆ ਉਹ ਥੋੜ੍ਹੀ ਵੀਕ ਹੁੰਦੀ ਜਾ ਰਹੀ ਆ। ਲਿਜ਼ ਪੀਕ ਦਾ ਹਿਲ ਮੈਗਜ਼ੀਨ ਵਾਲੇ ਹੈਗੇ ਆ। ਵਾਈਟ ਹਾਊਸ ਤਾਂ ਇਸੇ ਗੱਲ ਤੇ ਜਿਹੜਾ ਆ ਇਨਸਿਸਟ ਕਰ ਰਿਹਾ, ਕਹਿ ਰਿਹਾ ਵੀ ਨਹੀਂ, ਜਿਹੜੀਆਂ ਚੀਜ਼ਾਂ ਆ ਉਹ ਬਹੁਤ ਵਧੀਆ ਜਾ ਰਹੀਆਂ ਆ। ਪਰ ਰਿਐਲਿਟੀ ਦੇ ਵਿੱਚ ਕਹਿੰਦੇ ਵੀ 3 ਜਿਹੜੇ ਇਕੋਨਮੀ ਆ 3 ਸ਼ੇਕੀ ਪਿਲਰਸ ਦੇ ਉੱਤੇ ਡਿਪੈਂਡ ਕਰ ਰਹੀ ਆ। ਇੱਕ ਤਾਂ ਟੌਪ ਓਵਰ ਦਾ ਟੌਪ ਗਵਰਨਮੈਂਟ ਦੀ ਸਪੈਂਡਿੰਗ ਬਹੁਤ ਜ਼ਿਆਦਾ ਹੋ ਰਹੀ ਆ। ਓਵਰਲੀ ਕੰਸਨਟ੍ਰੇਟਡ ਸਟਾਕ ਮਾਰਕੀਟ ਤਾਂ ਇੰਨੀ ਉੱਪਰ ਨੂੰ ਜਾ ਰਹੀ ਆ, ਆਪਾਂ ਦੇਖਿਆ ਹੀ ਆ ਪਿਛਲੇ ਦਿਨਾਂ ਹੱਦ ਦੇ ਹੀ ਹੋਈ ਵਿੱਚ। ਪਈ ਆ। ਓਵਰਆਲ ਜਿਹੜੀ ਜੇ ਤੁਸੀਂ ਦੇਖੋ ਵੀ ਲੋਕਾਂ ਦਾ ਧੂੰਆਂ ਨਿਕਲਿਆ, ਕੰਜ਼ਿਊਮਰ ਜਿਹੜੇ ਉਹ ਡਰ ਰਹੇ ਆ ਵੀ ਅਸੀਂ ਕਿੱਦਾਂ ਰੋਜ਼ ਡੇ ਟੂ ਡੇ ਜਿਹੜਾ ਸਾਡਾ ਖਰਚੇ ਉਹਨਾਂ ਨੂੰ ਸਾਂਭਣਾ ਆ। ਤੇ ਇਲੀਗਲ ਇਮੀਗ੍ਰੇਸ਼ਨ, 3 ਉਹਨਾਂ ਨੇ ਇਹ ਮੇਨ ਦੱਸੇ ਹੈਗੇ ਆ। ਫੈਡਰਲ ਰਿਜ਼ਰਵ ਕਹਿੰਦੇ ਜੇ ਇੰਟਰਸਟ ਰੇਟ ਸਲੈਸ਼ ਕਰੂਗਾ ਜੇ ਇੱਕਦਮ ਹੀ ਇਕੋਨਮੀ ਜਿਹੜੀ ਆ ਫਾਲਟਰ ਹੋ ਜਾਂਦੀ ਹੈਗੀ ਆ। ਸੋ ਕੰਜ਼ਿਊਮਰ ਸੈਂਟੀਮੈਂਟ ਲੋਐਸਟ ਲੈਵਲ ਤੇ ਆ ਪਿਛਲੇ 6 ਮਹੀਨਿਆਂ ਨੂੰ ਦੇ ਦੌਰਾਨ, ਜੇ ਦੇਖਿਆ ਜਾਵੇ ਯੂਨੀਵਰਸਿਟੀ ਆਫ ਮਿਸ਼ੀਗਨ ਦੇ ਜਿਹੜੇ ਕੰਜ਼ਿਊਮਰ ਦੇ ਜਿਹੜੇ ਸਰਵੇ ਆਏ ਹੈਗੇ ਆ, ਕਹਿੰਦੇ ਵੀ ਅਪ੍ਰੈਲ ਮਹੀਨੇ 'ਚ 13% ਪਲੰਜ ਹੋਇਆ ਆ ਕੰਜ਼ਿਊਮਰ ਦਾ ਜਿਹੜਾ ਸੈਂਟੀਮੈਂਟਸ ਹੈਗੇ ਆ। ਇਹ ਇੱਕ Yeah, ਬਹੁਤ ਵੱਡਾ ਨੰਬਰ ਆ। ਜਿਹੜਾ ਨੰਬਰ ਹੈਗਾ ਜੇ ਉਸ ਨੂੰ ਦੇਖਦੇ ਜਾਈਏ। ਕਿਉਂਕਿ ਦੇਖਦੇ ਹੀ ਆ ਜਦੋਂ ਆਪਾਂ ਕੋਈ ਵੀ ਚੀਜ਼ ਖਰੀਦਣ ਜਾਂਦੇ ਹੈਗੇ ਆ, ਕਿੰਨੀ ਜਿਹੜੀ ਆ ਉਹ ਮਹਿੰਗੀ ਹੋਈ ਪਈ ਹੈਗੀ ਆ। ਸੋ ਟਰਬਲ ਕਾਫੀ ਆਉਣ ਵਾਲੇ ਸਮੇਂ 'ਚ ਹੋ ਸਕਦੀ ਹੈਗੀ ਆ। ਬਿਲਕੁਲ। ਸੋ ਇਹ ਚੀਜ਼ ਜਿੱਦਾਂ ਆਪਾਂ ਪਹਿਲਾਂ ਵੀ ਕਿਹਾ ਤੇ ਹੁਣ ਵੀ ਕਹਿੰਦੇ ਆ ਵੀ ਭਾਈ, ਬਚਤ ਕਰਨ ਦੇ ਵਿੱਚ ਕਿਤੇ ਨਾ ਕਿਤੇ ਭਲਾਈ ਆ। ਹਾਂ, ਜਿੱਥੇ ਤੁਹਾਨੂੰ ਖਰਚਾ ਕਰਨਾ ਹੈ ਉਹ ਤੁਹਾਨੂੰ ਕਰਨਾ ਚਾਹੀਦਾ ਆ, ਉਹ ਤੁਹਾਨੂੰ ਕਰਨਾ ਵੀ ਜਿਹੜਾ ਉਹ ਪੈਣਾ ਆ। ਹਾਂ, ਜਿਹੜੀ ਚੀਜ਼ ਦੀ ਜ਼ਰੂਰਤ ਆ, ਬੇਲੋੜੀਆਂ ਚੀਜ਼ਾਂ, ਬੇਫਜ਼ੂਲ ਚੀਜ਼ਾਂ ਦਾ ਥੋੜ੍ਹਾ ਜਿਹਾ ਆਪਾਂ ਨੂੰ ਸੰਕੋਚ ਕੇ ਜਿਹੜਾ ਉਹ ਚੱਲਣ ਦੀ ਜਿਹੜੀ ਲੋੜ ਆ।
ਇਸ ਸਾਲ ਦੇ ਸ਼ੁਰੂਆਤ ਦੇ ਵਿੱਚ ਹਰਜੋਤ ਸਿੰਘ ਜੀ ਆਪਾਂ ਦਸੰਬਰ ਤੋਂ ਸੁਣਨਾ ਸ਼ੁਰੂ ਕੀਤਾ ਸੀ ਜੈਨੇਟ ਯੈਲਨ ਹੋਣਾ ਤੋਂ ਵੀ ਸੌਫਟ ਲੈਂਡਿੰਗ ਹੋ ਜਾਣੀ, ਇਨਫਲੇਸ਼ਨ ਕਾਬੂ 'ਚ ਆ ਗਈ ਆ। ਉਸੇ ਦੌਰਾਨ ਜਿੰਨੇ ਨਿਊਜ਼ ਆਰਟੀਕਲ ਜਾਂ ਅਰਥ ਸ਼ਾਸਤਰੀ ਸੀ ਸਾਰੇ ਕਹਿਣ ਲੱਗ ਗਏ ਵੀ ਬੱਲੇ ਬੱਲੇ ਯੂਐਸ ਦੀ ਇਕੋਨਮੀ ਨੂੰ ਕੁਛ ਨਹੀਂ ਹੋਇਆ, ਇੰਨਾ ਲਾਲਾ ਲਾਲਾ ਹੋਈ ਸੀ, ਜਿਹੜਾ ਉਹ ਬਚਾਅ ਹੋ ਗਿਆ, ਵਿਚ ਇਜ਼ ਗੁੱਡ, ਚੰਗੀ ਗੱਲ ਆ ਜਿਹੜਾ ਉਹ ਬਚਾਅ ਜਿਹੜਾ ਉਹ ਰਹਿ ਗਿਆ। ਪਰ ਹੁਣ ਤੁਸੀਂ ਦੇਖੋ ਵੀ ਇਹਨਾਂ ਦਾ ਫੇਰ ਸਾਰਿਆਂ ਦਾ ਜਿਹੜਾ ਉਹ ਯੂ ਟਰਨ ਵੱਜ ਗਿਆ ਆ। ਜੇ ਤੁਸੀਂ ਕਹੋ ਅਸੀਂ ਕੋਈ ਇੱਥੇ ਫਾਈਨੈਂਸ਼ੀਅਲ ਐਡਵਾਈਜ਼ਰ ਨਹੀਂ, ਨਾ ਹੀ ਅਸੀਂ ਕੋਈ ਅਰਥ ਸ਼ਾਸਤਰੀ ਆ ਤੇ ਨਾ ਹੀ ਅਸੀਂ ਆਰਥਿਕਤਾ ਦੇ ਮਾਹਰ ਆ। ਜੋ ਨਿਊਜ਼ ਰਿਪੋਰਟ ਹੋ ਰਹੀਆਂ ਆ ਉਹ ਤੁਹਾਨੂੰ ਅਸੀਂ ਲਗਾਤਾਰ ਦੱਸਦੇ ਜਾ ਰਹੇ ਹਾਂ ਵੀ ਅਰਥ ਸ਼ਾਸਤਰੀਆਂ ਦਾ ਵਿਚਾਰ ਕਿਹੜੇ ਪਾਸੇ ਵੱਲ ਨੂੰ ਜਿਹੜਾ ਉਹ ਸੋਚ ਰਹੇ ਆ ਤੇ ਇਹਨਾਂ ਦੇ ਵਿੱਚੋਂ ਚਿੱਥ ਕੇ ਤੁਸੀਂ ਕੀ ਕੱਢਣਾ ਆ, ਉਹ ਤੁਹਾਨੂੰ ਜਿਹੜੀ ਉਹ ਆਪ ਥੋੜੀ ਬਹੁਤੀ ਜਿਸ ਤਰੀਕੇ ਦੇ ਨਾਲ ਵੀ ਤੁਸੀਂ ਉਸ ਨੂੰ ਸਮਝਦੇ ਆ ਉਸ ਹਿਸਾਬ ਦੇ ਨਾਲ ਜਿਹੜਾ ਉਹ ਤੁਸੀਂ ਦੇਖੋ। ਬਾਕੀ ਸੇਵਿੰਗ ਇਜ਼ ਨੈਵਰ ਬੈਡ, ਇਹ ਜਿਹੜੀ ਚੀਜ਼ ਆ ਇਹ ਹਮੇਸ਼ਾ ਹੀ ਪੱਕੀ ਆਪਾਂ ਦੇਖੀ ਆ। ਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਪ੍ਰੋਗਰਾਮ ਦਾ ਸਮਾਪਤ ਹੈ ਤੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਦੱਸਦੇ ਜਾਈਏ, ਬੇਕਰਸਫੀਲਡ ਦੇ ਵਿੱਚ ਜਿਹੜੇ ਰੈਫਲ ਡਰਾ ਅਗਲੇ ਵੀਰਵਾਰ ਨੂੰ ਨਿਕਲਣੇ ਆ 1350 AM ਦੇ ਲਈ। ਜੇ ਤੁਸੀਂ 1350 AM ਉੱਥੇ ਸੁਣਦੇ ਹੋ ਬੇਕਰਸਫੀਲਡ ਵਾਲਿਓ ਤਾਂ ਤੁਸੀਂ ਕਾਲ ਕਰੋ, ਰੈਫਲ ਦੇ ਵਿੱਚ ਆਪਣਾ ਨਾਮ ਐਡ ਕਰਾਓ ਤੇ ਤੁਹਾਨੂੰ ਬਹੁਤ ਹੀ ਵਧੀਆ ਜਿਹੜੇ ਇਨਾਮ ਆ ਉਹ ਮਿਲਣਗੇ ਤੇ ਕਈ ਇਨਾਮ ਜਿਹੜੇ ਉੱਥੇ ਕੱਢੇ ਜਾਣੇ ਆ। ਸੋ ਜਿੰਨੇ ਜਲਦੀ ਤੁਸੀਂ ਨਾਮ ਲਿਖਵਾਓਗੇ ਤਾਂ ਉਹਨਾਂ ਹੀ ਤੁਹਾਡੇ ਲਈ ਜਿਹੜਾ ਉਹ ਬੈਟਰ ਆ ਤੇ ਤੁਹਾਨੂੰ ਇਨਾਮ ਜਿੱਤਣ ਦਾ ਜਿਹੜਾ ਉਹ ਮੌਕਾ ਰਹੇਗਾ। ਕਾਲ ਕਰਨੀ ਆ ਤੁਸੀਂ 408 272 5200 4082725200 ਦੇ ਉੱਤੇ ਤੇ ਤੁਸੀਂ ਵੀ ਜਿਨ੍ਹਾਂ ਨੇ ਆਲਰੇਡੀ ਨਾਮ ਲਿਖਵਾਇਆ ਉਹਨਾਂ ਦੇ ਵਿੱਚ ਆਪਣਾ ਨਾਮ ਐਡ ਕਰਵਾ ਕੇ ਇਸ ਇਨਾਮ ਰੈਫਲ ਜਿਹੜਾ ਉਹ ਜਿੱਤਣ ਦੇ ਲਈ ਜਿਹੜਾ ਆ ਉਹ ਤੁਸੀਂ ਕਹਿ ਸਕਦੇ ਆ ਵੀ ਦਾ ਜਿਹੜਾ ਉਹ ਜ਼ਰੂਰ ਲਾ ਸਕਦੇ ਆ। ਕੋਈ ਐਂਟਰੀ ਨਹੀਂ, ਫ੍ਰੀ ਆਫ ਕਾਸਟ ਆ, ਸਿਰਫ ਕਾਲ ਕਰਨੀ ਆ ਤੁਸੀਂ 408 272 5200 4082725200। ਨਾਲ ਦੀ ਨਾਲ ਵੱਧ ਤੋਂ ਵੱਧ ਜਿੰਨੇ ਵੀ ਤੁਹਾਡੇ ਆਂਢੀ ਗੁਆਂਢੀ ਆ, ਦੋਸਤ ਮਿੱਤਰ ਆ, ਨਵੇਂ ਆਪਣੇ ਪੰਜਾਬੀ ਭੈਣ ਭਰਾ ਆਉਂਦੇ ਆ ਪੰਜਾਬ ਤੋਂ ਜਾਂ ਹੋਰ ਮੁਲਕਾਂ ਤੋਂ, ਉਹਨੂੰ ਵੱਧ ਤੋਂ ਵੱਧ ਪੰਜਾਬੀ ਰੇਡੀਓ ਦੇ ਨਾਲ ਜੋੜਿਆ ਕਰੋ ਤਾਂ ਕਿ ਤੁਹਾਨੂੰ ਪਤਾ ਹੀ ਆ ਜਿਹੜੇ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਆ ਬਹੁਤ ਵਧੀਆ ਹੁੰਦੇ ਹੈਗੇ ਆ। ਖਬਰਾਂ ਨੂੰ ਲੈ ਕੇ, ਸਿਹਤ ਸੰਭਾਲ ਨੂੰ ਲੈ ਕੇ, ਇਮੀਗ੍ਰੇਸ਼ਨ ਨੂੰ ਲੈ ਕੇ, ਟਰੱਕਿੰਗ ਨੂੰ ਲੈ ਕੇ, ਜਦੋਂ ਨਵਾਂ ਬੰਦਾ ਆਉਂਦਾ ਆ ਫ੍ਰੀ ਦੇ ਵਿੱਚ ਸਾਰਾ ਕੁਝ ਨੌਲੇਜ ਮਿਲ ਰਿਹਾ, ਨਾਲ ਦੀ ਨਾਲ ਐਂਟਰਟੇਨਮੈਂਟ ਵੀ ਹੋ ਰਹੀ ਆ। ਸੋ ਇਹ ਜ਼ਰੂਰ ਹੈਲਪ ਕਰਿਆ ਕਰੋ। ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਤੁਹਾਨੂੰ ਪਸੰਦ ਆਉਂਦੇ ਪ੍ਰੋਗਰਾਮ, ਹੋਰ ਵੀ ਆਪਣੇ ਦੋਸਤ ਮਿੱਤਰ, ਰਿਸ਼ਤੇਦਾਰ, ਆਂਢੀ ਗੁਆਂਢੀ ਸਾਰਿਆਂ ਨੂੰ ਇਹਦੇ ਬਾਰੇ ਦੱਸਿਆ ਕਰੋ, ਪੰਜਾਬੀ ਰੇਡੀਓ USA ਬਾਰੇ। ਰਾਈਟ ਨਾਓ ਆਪਣੇ 15 ਸਟੇਸ਼ਨ ਹੈਗੇ ਆ, ਬੇਕਰਸਫੀਲਡ ਤੋਂ ਲੈ ਕੇ ਯੂਬਾ ਸਿਟੀ ਤਾਈਂ। ਬੇ ਏਰੀਏ ਦੇ ਵਿੱਚ 1170 AM ਹੈਗਾ। ਬਾਕੀ ਤੁਸੀਂ ਇੰਟਰਨੈਟ ਦੇ ਉੱਤੇ, ਫੇਸਬੁੱਕ ਤੇ, YouTube ਤੇ ਜਿਹੜੇ ਸਾਡੇ ਪ੍ਰੋਗਰਾਮ ਉਹ ਦੇਖ ਸਕਦੇ ਹੋ, ਸੁਣ ਸਕਦੇ ਹੋ। ਜੀ ਹੁਣ ਲੈਣੇ ਇਜਾਜ਼ਤ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।